सर खेतीबाड़ी का हाल ठीक है या नहीं? बिल्कुल भी ठीक नहीं है। क्यों? ਜਿਹੜੀ ਪ੍ਰਾਇੋਰਟੀ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਪਾਈ। ਇਹਦਾ ਮਤਲਬ ਇਹ ਫੇਲਿਅਰ ਨੀਤੀ ਘਾੜਿਆਂ ਦਾ ਵੀ ਹੈ, ਉਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ। ਬਹੁਤ ਸਾਰੇ ਮਲਟੀਪਲ ਫੈਕਟਰ ਨੇ। ਨੀਤੀ ਘਾੜਿਆਂ ਨੇ ਜਦੋਂ ਇਹ ਨੀਤੀਆਂ ਬਣਨ ਲੱਗੀਆਂ, ਜਦੋਂ ਪੱਲੇ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜਦੋਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਕਾਂਗਰਸ ਕੋਲੇ ਪਹੁੰਚੀਆਂ ਸੀ ਜਾਂ ਉਹਦੀ ਯੂਪੀਏ ਸਰਕਾਰ ਕੋਲੇ ਪਹੁੰਚੀਆਂ ਸੀ, ਉਹ ਸਾਰੇ ਇੰਨੇ ਸਾਲ ਫਾਈਲਾਂ ਜਿਹੜੀਆਂ ਮਿੱਟੀ ਥੱਲੇ ਪਈਆਂ ਰਹੀਆਂ। ਉਦੋਂ ਕਿਉਂ ਨਹੀਂ ਇਹ ਇਨੀਸ਼ੀਏਟਿਵ ਲਿਆ ਗਿਆ? ਅੱਜ ਸੱਤਾ ਲੈਣ ਲਈ ਇਹ ਇਨੀਸ਼ੀਏਟਿਵ ਦੀ ਗੱਲ ਕੀਤੀ ਜਾ ਰਹੀ ਹੈ। ਸਰਕਾਰ ਦੇ ਪ੍ਰਚਾਰ ਤੇ ਪਸਾਰ ਦੇ ਵਿੱਚ ਇੰਨੀ ਗੰਭੀਰ ਸੰਕਟ ਸੀ ਕਿ ਲੋਕਾਂ ਤੱਕ ਉਹ ਗੱਲ ਹੀ ਨਹੀਂ ਪਹੁੰਚ ਸਕੀ। ਕੀ ਕਰ ਸਕੇ ਹੋ ਤੁਸੀਂ ਉਹਦੇ ਲਈ? ਯੂਪੀਏ ਸਰਕਾਰ ਵੇਲੇ 70 ਤੋਂ 75 ਹਜ਼ਾਰ ਕਰੋੜ ਦਾ ਡੈਟ ਰਿਲੀਫ ਪੈਕੇਜ ਦਿੱਤਾ ਗਿਆ। ਕਿਸਾਨੀ ਨੂੰ ਇੱਕ ਵਾਰ ਸੰਘਰਸ਼ ਵਿੱਚੋਂ ਬਾਹਰ ਕੱਢ ਲਓ। ਉਹ ਜਦੋਂ ਕਹਿੰਦੇ ਆ ਵੀ ਇਲੌਜੀਕਲ ਡਿਮਾਂਡ ਹੈ ਇਹ ਐਮਐਸਪੀ ਦੇ ਕਾਨੂੰਨ ਵਾਲੀ, ਤੁਸੀਂ ਉਸ ਨੂੰ ਲੌਜੀਕਲ ਦੱਸ ਰਹੇ ਹੋ। ਤੁਸੀਂ ਉਸ ਚੀਜ਼ ਨੂੰ ਇੱਕ ਪਰਿਪੇਖ 'ਚ ਨਹੀਂ ਵੇਖ ਸਕਦੇ। ਜਦੋਂ ਅਸੀਂ ਤੁਹਾਡੇ ਏਰੀਆ ਦੇ ਵਿੱਚ ਬਾਸਮਤੀ ਦੀ ਬੜੀ ਚਰਚਾ ਹੁੰਦੀ ਹੈ, ਇੰਪੋਰਟ ਐਕਸਪੋਰਟ, ਕਿਹੜੀ ਡਿਊਟੀ ਕਿੱਥੇ ਲੱਗਣੀ, ਬਹੁਤ ਸਾਰੇ ਸਵਾਲ ਸਾਡੇ ਅੱਗੇ ਪਏ ਆ। ਸਰ ਉਹਦੇ ਵਿੱਚ ਤਾਂ ਅਸੀਂ ਠੀਕ ਜਾ ਰਹੇ ਹਾਂ ਜਾਂ ਨਹੀਂ? ਸਿਰਫ ਵਾਘਾ ਬਾਰਡਰ ਤੋਂ ਹੀ ਟ੍ਰੇਡ ਬੰਦ ਹੈ। ਕਾਂਡਲਾ ਪੋਰਟ ਤੋਂ ਇਹ ਇੰਸ਼ੋਰ ਕਰ ਦੇਣਗੇ ਉੱਥੋਂ ਨਹੀਂ ਟ੍ਰੇਡ ਹੋ ਰਿਹਾ। ਵਾਇਆ ਸਿੰਗਾਪੁਰ ਟ੍ਰੇਡ ਨਹੀਂ ਹੋ ਰਿਹਾ। ਵਾਇਆ ਯੂਏਈ ਦੁਬਈ ਨਹੀਂ ਹੋ ਰਿਹਾ। ਵਾਇਆ ਕਲਕੱਤਾ ਪੋਰਟ ਪਾਕਿਸਤਾਨ ਨੂੰ ਪਿਆਜ਼ ਨਹੀਂ ਜਾ ਰਿਹਾ, ਆਲੂ ਨਹੀਂ ਜਾ ਰਿਹਾ। ਇਹਦੇ ਤੇ ਖਲੋਣਗੇ ਇਸ ਗੱਲ ਤੇ? ਸਿਰਫ ਪੰਜਾਬ ਵਾਰੀ ਇਹ ਸਰਹੱਦ ਨੂੰ ਕੰਡਿਆਲੀ ਤਾਰ ਕਿਉਂ ਬਣਾ ਦਿੱਤਾ ਜਾਂਦਾ? ਤੁਹਾਡੇ ਸਭ ਤੋਂ ਜ਼ਿਆਦਾ ਐਮਪੀ ਇੱਥੇ ਪੰਜਾਬ ਚੋਂ, ਉਹਨਾਂ ਨੇ ਕਦੇ ਮੁੱਦਾ ਚੁੱਕਿਆ ਸਰ ਇਕੱਠੇ ਹੋ ਕੇ ਉੱਥੇ ਸਵਾਲ ਕਿਉਂ ਨਹੀਂ ਚੁੱਕਦੇ ਪਾਰਲੀਮੈਂਟ? ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦੇ ਅਸੀਂ 5ਵੀਂ ਵੱਡੀ ਆਰਥਿਕ ਸ਼ਕਤੀ ਬਣ ਗਏ। ਉਹਦੇ 'ਚ ਖੇਤੀਬਾੜੀ ਦਾ ਕਿੰਨਾ ਯੋਗਦਾਨ? ਗੱਲਾਂ ਬਾਤਾਂ ਕਰਨ ਨੂੰ ਜਿੰਨੀਆਂ ਮਰਜ਼ੀ ਕਰਦੇ ਹੋ, ਅਸੀਂ 5ਵੀਂ ਆਰਥਿਕ ਸ਼ਕਤੀ ਬਣ ਗਏ, ਟ੍ਰਿਲੀਅਨ ਡਾਲਰ ਇਕਨੋਮੀ ਆ। ਮੈਂ ਤੇ ਕਈ ਵਾਰ ਹੈਰਾਨ ਹੁੰਦਾ, ਜਿਹੜੇ ਬੰਦੇ ਬਿਆਨ ਦੇ ਰਹੇ ਹੁੰਦੇ ਉਹਨੂੰ ਟ੍ਰਿਲੀਅਨ ਡਾਲਰ 'ਚ ਪੁੱਛ ਤੇ ਲਓ ਜ਼ੀਰੋ ਕਿੰਨੀਆਂ ਲੱਗੀਆਂ ਹੋਈਆਂ ਨੇ। ਖੇਤੀਬਾੜੀ ਨੀਤੀ ਘਾੜਿਆਂ ਨੇ ਡੋਬੀ ਹੈ, ਸਾਡੇ ਲੋਕ ਨੁਮਾਇੰਦਿਆਂ ਨੇ ਡੋਬੀ ਹੈ, ਸਾਡੇ ਕਿਸਾਨ ਮਜ਼ਦੂਰ ਭਰਾਵਾਂ ਭੈਣਾਂ ਨੇ ਡੋਬੀ ਹੈ, ਜਾਂ ਵਰਲਡ ਬੈਂਕ ਦੀਆਂ ਪਾਲਿਸੀਜ਼ ਹੈ, WTO ਦੀਆਂ ਪਾਲਿਸੀਜ਼ ਹੈ, ਉਹਦੇ ਕਰਕੇ ਖੇਤੀ ਡੋਬੀ ਹੈ। ਨੀਤੀ ਘਾੜੇ ਦੇ ਬਣਾਈ ਪਾਲਿਸੀ ਤੇ ਡੁੱਬਣ ਵੱਲ ਤੁਰ ਪਈ। ਲੋਕ ਨੁਮਾਇੰਦਿਆਂ ਨੇ ਰੋਕਿਆ ਨਹੀਂ, ਕਿਸਾਨ ਮਜ਼ਦੂਰ ਡੁੱਬ ਗਿਆ। ਵਰਲਡ ਬੈਂਕ ਦਾ ਹਊਆ ਬਣਾ ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਤੇ ਖੇਤੀਬਾੜੀ ਹੈ ਜਿਹੜੀ ਉਹ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਅਸੀਂ ਛੋਟੇ ਹੁੰਦਿਆਂ ਤੋਂ ਇਹੀ ਪੜ੍ਹਿਆ ਕਿ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਪਰ ਅੰਨਦਾਤਾ ਦੀ ਪਰਿਭਾਸ਼ਾ ਹੈ ਕੀ ਹੈ ਤੇ ਖੇਤੀਬਾੜੀ ਦੀ ਸਾਨੂੰ ਜ਼ਰੂਰਤ ਹੈ ਕਿ ਨਹੀਂ ਹੈ। ਖੇਤੀਬਾੜੀ ਦੇ ਜ਼ਰੀਏ ਅਰਥਚਾਰਾ ਸਾਡਾ ਕਿੰਨਾ ਅੱਗੇ ਵੱਧ ਸਕਦਾ ਤੇ ਸਾਡਾ ਢਿੱਡ ਹੈ ਜਿਹੜਾ ਉਹ ਕਿੰਨਾ ਭਰਿਆ ਜਾ ਸਕਦਾ, ਸਾਡੇ ਅੱਗੇ ਸਵਾਲ ਇਹੀ ਹੈ। ਤੇ ਜਦੋਂ ਇਸ ਦੇਸ਼ ਦਾ ਕਿਸਾਨ ਅੰਦੋਲਨ ਦੀ ਰਾਹ ਤੇ ਹੋਵੇ, ਜਦੋਂ ਯੂਰਪ ਤੱਕ ਕਿਸਾਨ ਅੰਦੋਲਨ ਦੀ ਰਾਹ ਤੇ ਹੋਵੇ, ਤੇ ਸਵਾਲ ਬਹੁਤ ਸਾਰੇ ਹੁੰਦੇ ਆ। ਉਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਅਸੀਂ ਬੈਠੇ ਹਾਂ। ਸਾਡੇ ਨਾਲ ਸਟੂਡੀਓ ਵਿੱਚ ਉਹ ਸ਼ਖਸੀਅਤ ਮੌਜੂਦ ਹੈ ਜਿਹੜੇ ਨੀਤੀ ਘਾੜਿਆਂ ਦੇ ਵਿੱਚ ਸ਼ਾਮਲ ਰਹੇ ਆ। ਜਿਹੜਾ ਭਾਰਤ ਦਾ ਸਭ ਤੋਂ ਵੱਡਾ ਅਦਾਰਾ ਤੇ ਦੁਨੀਆ ਦਾ ਸਭ ਤੋਂ ਵੱਡਾ ਖੇਤੀਬਾੜੀ ਅਦਾਰਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਭਾਰਤ ਸਰਕਾਰ, ਉਹਦੀ ਜਿਹੜੀ ਜਨਰਲ ਬਾਡੀ ਹੈਗੀ ਆ ਉਹਦੇ ਵਿੱਚ ਮੈਂਬਰ ਰਹੇ ਨੇ। ਇਸ ਤੋਂ ਇਲਾਵਾ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਹਦੇ ਬੋਰਡ ਆਫ ਮੈਨੇਜਮੈਂਟ ਦੇ ਵਿੱਚ ਮੈਂਬਰ ਰਹੇ ਆ। ਇਸ ਤੋਂ ਇਲਾਵਾ ਉਹ ਕਾਂਗਰਸ ਦੇ ਨੁਮਾਇੰਦੇ ਆ। ਤੇ ਜਦੋਂ ਨੀਤੀ ਘਾੜਿਆਂ ਤੋਂ ਅਸੀਂ ਇਹ ਸਵਾਲ ਕਰਦੇ ਹਾਂ ਤੇ ਉਦੋਂ ਨੀਤੀ ਘਾੜਿਆਂ ਦਾ ਜਵਾਬ ਕੀ ਹੁੰਦਾ, ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਅੱਜ ਬੈਠੇ ਹਾਂ। ਅਮਰਜੀਤ ਸਿੰਘ ਚੀਮਾ ਸਾਡੇ ਨਾਲ ਹੈ। ਚੀਮਾ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਸਰ ਤੁਹਾਡਾ? ਠੀਕ ਹੈ ਜੀ, ਬਹੁਤ ਵਧੀਆ ਸਬਜੈਕਟ ਚੁਣਿਆ ਤੁਸੀਂ। ਸਰ ਖੇਤੀਬਾੜੀ ਦਾ ਹਾਲ ਠੀਕ ਹੈ ਜਾਂ ਨਹੀਂ? ਬਿਲਕੁਲ ਵੀ ਠੀਕ ਨਹੀਂ ਹੈ। ਕਿਉਂ? ਜਿਹੜੀ ਪ੍ਰਾਇੋਰਟੀ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਪਾਈ। ਇਹਦੇ ਬਹੁਤ ਸਾਰੇ ਰੀਜ਼ਨ ਨੇ। ਪਹਿਲਾਂ ਕਿਉਂਕਿ ਅਸੀਂ ਫੂਡ ਡੈਫੀਸ਼ੀਐਂਟ ਸਟੇਟ ਸੀਗੇ ਆਜ਼ਾਦੀ ਤੋਂ ਬਾਅਦ। ਪਹਿਲਾਂ ਤਾਂ ਸਾਰਾ ਸੰਘਰਸ਼ ਇਹ ਰਿਹਾ ਕਿ ਅਸੀਂ ਫੂਡ ਇੰਪੋਰਟ ਨਾ ਹੋਵੇ, ਬਾਹਰੋਂ ਅੰਨ ਨਾ ਮੰਗਾਉਣਾ ਪਵੇ, ਅਸੀਂ ਆਪਣੇ ਆਪ ਦੇ ਵਿੱਚ ਸੈਲਫ ਸਫੀਸ਼ੀਐਂਟ ਹੋ ਜਾਈਏ। ਉਸ ਸੰਘਰਸ਼ ਦੇ ਵਿੱਚ, ਉਸ ਲੜਾਈ ਦੇ ਵਿੱਚ ਮੋਹਰਲੀ ਕਤਾਰ 'ਚ ਨਾਰਦਰਨ ਸੂਬੇ ਨਿਕਲੇ ਜਿਨ੍ਹਾਂ ਨੇ ਦੇਸ਼ ਖਾਤਰ ਹਰ ਚੀਜ਼ ਜੋ ਹੋ ਸਕਦੀ ਸੀ ਉਸ ਤੋਂ ਵੱਧ ਕੇ ਕੀਤੀ। ਪਹਿਲਾ ਹਰਾ ਰੈਵੋਲੂਸ਼ਨ ਆਇਆ,
ਉਹਦੇ ਨਾਲ ਕਿੱਥੇ ਅੱਜ ਵੀ ਸੋਸ਼ਲ ਮੀਡੀਆ 'ਤੇ ਗੱਲਾਂ ਫਿਰਦੀਆਂ ਕਿ ਭਾਰਤ ਦੇ ਵਿੱਚ ਭੁੱਖਮਰੀ ਪੈ ਗਈ ਹੈ। ਬਹੁਤ ਅਨਫੋਰਚੂਨੇਟਲੀ ਮਸ਼ਹੂਰ ਹੋਇਆ ਸੀ ਬੰਗਾਲ ਫੈਮਿਨ। ਉਹਦੇ ਨਾਲ ਇੱਕ ਸਾਡਾ ਪਰਸੈਪਸ਼ਨ ਬਣ ਗਿਆ ਗਲੋਬਲ। ਆਜ਼ਾਦੀ ਤੋਂ ਬਾਅਦ ਗਿਣੇ ਚੁਣੇ ਸਾਡੇ ਸਾਧਨ ਸੀਗੇ ਪ੍ਰਚਾਰ ਪ੍ਰਸਾਰ ਦੇ, ਸਾਨੂੰ ਇੰਪੋਰਟ ਕਰਨਾ ਪਿਆ। ਕਿੰਨੀ ਕੁ ਦੇਰ ਇੰਪੋਰਟ ਹੋ ਸਕਦਾ ਸੀ, ਲਿਮਿਟਡ ਸਾਡੇ ਕੋਲ ਰਿਸੋਰਸਿਸ ਸਨ। ਉਸ ਤੋਂ ਬਾਅਦ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ 60ਵੇਂ ਦੇ ਦਹਾਕਿਆਂ ਦੇ ਵਿੱਚ, ਬਾਹਰੋਂ ਹਾਈ ਯੀਲਡ ਵੈਰਾਈਟੀ ਦੇ ਸੀਡ ਲਿਆਂਦੇ ਗਏ, ਕਣਕ ਲਿਆਂਦੀ ਗਈ। ਉਹਨੂੰ ਫਿਰ ਬੀਜਣ ਲਈ, ਉਹਨੂੰ ਸਾਂਭ ਸੰਭਾਲ ਲਈ ਵੀ ਚਾਹੀਦਾ ਸੀ, ਕੁਛ ਇਲਾਕਾ ਵੀ ਉਹ ਚਾਹੀਦਾ ਸੀਗਾ। ਪੰਜਾਬ 2 ਹਿੱਸਿਆਂ 'ਚ ਵੰਡਿਆ ਜਾ ਚੁੱਕਿਆ ਸੀ, ਜਿੱਥੇ ਸਭ ਤੋਂ ਜ਼ਿਆਦਾ ਜ਼ਰਖੇਜ਼ ਜ਼ਮੀਨ ਸੀਗੀ। ਦੁਨੀਆ ਦਾ ਸਭ ਤੋਂ ਵਧੀਆ ਸਿੰਜਾਈ ਦਾ ਸਿਸਟਮ ਸੀ ਅਪਰ ਬਰੀ ਦੁਆਬ ਕਨਾਲ, ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਣਿਆ ਸੀਗਾ। ਉਹ ਅੱਧਾ ਹਿੱਸਾ ਪਾਕਿਸਤਾਨ ਚਲੇ ਗਿਆ, ਅੱਧਾ ਇੱਧਰ ਰਹਿ ਗਿਆ। ਉਸ ਲਿਮਿਟਡ ਪਾਰਟ ਦੇ ਵਿੱਚ ਜਦੋਂ ਫੂਡ ਗ੍ਰੇਨ ਗਰੋ ਕੀਤਾ ਗਿਆ, ਉਦੋਂ ਕਿਸੇ ਬੰਦੇ ਨੇ ਕੁਝ ਇਸ ਬਾਰੇ ਨਹੀਂ ਸੋਚਣਾ ਮੁਨਾਸਿਬ ਸਮਝਿਆ, ਸੋਚ ਵੀ ਨਹੀਂ ਸੀ ਕਿ ਇਹਦੇ ਨਾਲ ਕੋਈ ਇਕੋਲੋਜੀਕਲ ਕੋਈ ਫਰਕ ਪਏਗਾ, ਜ਼ਮੀਨ ਦੀ ਮਿੱਟੀ ਨੂੰ, ਅਸਮਾਨ ਨੂੰ ਕਿਤੇ ਕੋ ਫਰਕ ਪਏਗਾ। ਅਸੀਂ ਨੈਚੁਰਲ ਰਿਸੋਰਸ ਸੀ, ਸਾਡੇ ਕੋਲ ਪਾਣੀ ਸੀ, ਉਹਨੂੰ ਵਰਤਿਆ ਸੀ। ਜ਼ਮੀਨ ਸੀ, 2 ਹੀ ਨੈਚੁਰਲ ਰਿਸੋਰਸਿਸ ਸੀਗੇ, ਉਹਨੂੰ ਪੂਰੇ ਯੋਗਦਾਨ ਨਾਲ ਵਰਤਿਆ। ਹੌਲੀ ਹੌਲੀ ਉਹਦੇ ਵਿੱਚ ਸਾਨੂੰ ਨਿਊਟ੍ਰੀਐਂਟਸ ਦੀ ਲੋੜ ਪਈ ਵੀ ਪੈਦਾਵਾਰ ਵਧਾਓ। ਇਹ ਤਾਂ ਛੋਟੀਆਂ ਚੀਜ਼ਾਂ ਨੇ, ਇਹ ਬਾਅਦ 'ਚ ਦੇਖਾਂਗੇ। ਉਹਦਾ ਐਗਜ਼ਾਮਪਲ ਤੁਹਾਨੂੰ ਮੈਂ ਇਹ ਦੱਸਾਂਗਾ ਜਿਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। 60ਵੇਂ ਦੇ ਦਹਾਕੇ 'ਚ ਅਸੀਂ ਸਿਰਫ 500 ਟਨ ਦੇ ਕਰੀਬ ਖਾਦ ਯੂਜ਼ ਕੀਤੀ, ਅਤੇ ਪਿਛਲੇ ਸਾਲ ਇਸ ਪੰਜਾਬ ਦੇ ਖਿੱਤੇ 'ਚ ਜਦੋਂ ਸਭ ਕੁਝ ਕੱਟ ਫੱਟ ਕੇ ਸਟੇਟਾਂ ਅਲੱਗ ਨਿਕਲ ਗਈਆਂ, 18 ਲੱਖ ਟਨ ਖਾਦ ਅਸੀਂ ਜ਼ਮੀਨ 'ਚ ਪਾਈ ਹੈ। ਪਾਣੀ ਜਿਹੜਾ ਜ਼ਮੀਨ ਦਾ ਹੈ ਉਹ ਥੱਲੇ ਜਾਣਾ ਸ਼ੁਰੂ ਹੋਇਆ, ਬੇਤਹਾਸ਼ਾ ਢੰਗ ਨਾਲ ਥੱਲੇ ਚਲੇ ਗਿਆ। ਅੱਜ ਪਿਛਲੇ ਇੱਕ ਦਹਾਕੇ ਦਾ ਇੱਕ ਡਾਟਾ ਕਹਿ ਰਿਹਾ ਕਿ 6 ਮੀਟਰ ਤੋਂ ਲੈ ਕੇ ਤੇ 13 ਮੀਟਰ ਤੱਕ, ਕਿਉਂਕਿ ਆਪਾਂ ਫੁੱਟ ਨਹੀਂ ਕਹਿ ਰਹੇ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਮੀਟਰਾਂ ਨਾਲ ਮੰਨਿਆ ਜਾਂਦਾ, ਜਿੱਥੇ 13 ਮੀਟਰ ਤੱਕ ਥੱਲੇ ਚਲੇ ਗਿਆ। ਇਹਦਾ ਮਤਲਬ ਪਾਣੀ ਕੱਢਣ ਦੀ ਕਾਸਟ ਆ ਗਈ, ਜ਼ਮੀਨ ਹੇਠਲਾ ਪਾਣੀ ਥੱਲੇ ਚਲੇ ਗਿਆ। ਮੁਸ਼ਕਲ ਕੀ ਆਈ, ਉਹਦਾ ਹੁਣ ਅੱਜ ਸਾਨੂੰ ਖਮਿਆਜਾ ਤੁਸੀਂ ਭੁਗਤਣਾ ਪੈ ਰਿਹਾ। ਬੜਾ ਇੰਪੋਰਟੈਂਟ ਸਵਾਲ ਚੁੱਕ ਰਹੇ ਹੋ ਸਾਰੇ ਮਿਸਟਰ ਚੀਮਾ। ਫਿਰ ਜਦੋਂ ਤੁਸੀਂ ਇਹ ਸਵਾਲ ਚੁੱਕਦੇ ਹੋ, ਜ਼ਰਖੇਜ਼ ਧਰਤੀ ਸੀ, ਪਾਣੀ ਦਾ ਪੱਧਰ ਇੱਥੋਂ ਤੱਕ ਸੀ, ਤੇ ਅਸੀਂ ਜਿਹੜੇ ਦਵਾਈਆਂ, ਖਾਦ, ਜੋ ਕੁਛ ਅਸੀਂ ਪਾ ਰਹੇ, ਇਹਦਾ ਮਤਲਬ ਇਹ ਫੇਲਰ ਨੀਤੀ ਘਾੜਿਆਂ ਦਾ ਵੀ ਹੈ, ਉਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ? ਉਹਦਾ ਬਹੁਤ ਸਾਰੇ ਮਲਟੀਪਲ ਫੈਕਟਰ ਨੇ। ਨੀਤੀ ਘਾੜਿਆਂ ਨੇ ਜਦੋਂ ਇਹ ਨੀਤੀਆਂ ਬਣਨ ਲੱਗੀਆਂ, ਜਦੋਂ ਪੱਲੇ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਉਸ ਵੇਲੇ ਤਾਂ ਕਦੇ ਸੋਚਿਆ ਹੀ ਨਹੀਂ ਕਿਸੇ ਨੇ। ਜੇ ਕੋਈ ਐਸੀ ਕੋਈ ਗੱਲ ਕਰਦਾ ਸੀ, ਕੋਈ ਨੀਤੀ ਘਾੜਾ, ਉਹ ਰੌਲਾ ਰੱਪਾ ਪੈ ਕੇ ਵਿੱਚੇ ਦੱਬੀ ਜਾਂਦੀ ਸੀ ਵੀ ਪਹਿਲਾਂ ਰੋਟੀ ਖਾ ਲਈਏ ਕਿ ਤੁਹਾਡਾ ਬੈਲੈਂਸ ਵੇਖ ਲਈਏ। ਡਾਕਟਰ MS ਸਵਾਮੀਨਾਥਨ ਉਸ ਵੇਲੇ ਦੇ, ਡਾਕਟਰ ਰੰਧਾਵਾ, MS ਰੰਧਾਵਾ ਸਾਹਿਬ, ਸਾਰੇ ਇਹ ਉਦੋਂ ਦੇ ਚੱਲੇ ਨੇ। ਸਰਦਾਰ ਚੀਮਾ ਸਾਹਿਬ, ਅਮਰੀਕ ਸਿੰਘ ਚੀਮਾ ਜੀ, ਪੰਡਿਤ ਨਹਿਰੂ ਜੀ ਤੋਂ ਉਦੋਂ ਚੱਲੀਆਂ ਗੱਲਾਂ ਅੱਗੇ ਚੱਲਦੀਆਂ ਗਈਆਂ ਕਿ ਪਹਿਲਾਂ ਆਪਾਂ ਫੂਡ ਡੈਫੀਸੈਂਟ ਸਟੇਟ ਤੋਂ ਬਰਾਬਰ ਆਈਏ। ਨੀਤੀ ਘਾੜਿਆਂ ਦੀ ਗੱਲ ਉਦੋਂ ਆਈ, ਹੱਲੇ ਵੀ ਨੀਤੀ ਘਾੜੇ ਜਿਹੜੇ ਨੇ, ਜਦੋਂ ਸਾਡੇ ਦੇਸ਼ ਦੀ ਪਾਲਿਸੀ ਬਣਦੀ ਸਾਰੇ ਕੰਟਰੀ ਲਈ ਬਣਦੀ ਹੈ। ਮੇਰਾ ਪਿਛਲੇ ਰਜੀਮ ਦੇ ਵਿੱਚ ਇੱਕੋ ਚੀਜ਼ ਦੇ ਉੱਤੇ ਮਸਲਾ ਜਿਹੜਾ ਇਹ ਜ਼ਿਆਦਾ ਲੋਕਾਂ ਤੱਕ ਪਹੁੰਚਿਆ, ਮੈਂ ਪ੍ਰਧਾਨ ਮੰਤਰੀ ਜੀ ਤੱਕ ਪਹੁੰਚ ਕੀਤੀ। ਮੈਂ ਕਿਹਾ ਜੀ, ਪਹਿਲਾ ਗ੍ਰੀਨ ਰੈਵੋਲੂਸ਼ਨ ਹੈ, ਅਸੀਂ ਅੰਨ ਭੰਡਾਰ ਨੱਕੋ ਨੱਕ ਕਰਨ ਤੋਂ ਛੱਡ ਕੇ ਬਾਹਰ ਡਿੱਗਣ ਤੱਕ ਆ ਗਏ। ਕਿਹੜੇ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੀ? ਡਾਕਟਰ ਮਨਮੋਹਨ ਸਿੰਘ ਜੀ ਕੋਲ। ਦੂਸਰੇ ਪਾਸੇ ਫੂਡ ਇੱਕ ਇੱਡੀ ਵੱਡੀ ਸ਼ਕਤੀ ਹੈ, ਜਿਸ ਤਰ੍ਹਾਂ ਅਸੀਂ ਵਿਦੇਸ਼ਾਂ 'ਚੋਂ ਇੰਪੋਰਟ ਕੀਤਾ ਫੂਡ ਅਤੇ ਸਾਡੀ ਉਹਨਾਂ 'ਤੇ ਡਿਪੈਂਡੈਂਸੀ ਵਧੀ। ਹੁਣ ਸਾਡੇ ਕੋਲ ਫੂਡ ਸਰਪਲਸ ਸਟੇਟ ਆ। ਹੁਣ ਸਾਨੂੰ 2 ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ। ਹੁਣ ਸਾਨੂੰ ਸੈਕੰਡ ਪੁਸ਼ ਦੇਣਾ ਪੈਣਾ ਗ੍ਰੀਨ ਰੈਵੋਲੂਸ਼ਨ ਲਈ। ਸਾਡੀ ਖੇਤੀਬਾੜੀ ਸਟੈਗਨੈਂਟ ਹੋ ਗਈ ਹੈ, ਪੈਦਾਵਾਰ ਬਰਾਬਰ ਹੋ ਗਈ ਹੈ, ਪ੍ਰਤੀ ਏਕੜ 20, 22, 23 ਕੁਇੰਟਲ ਦੇ ਕੋਲ ਸਾਡੀ ਕਣਕ ਆਲੇ ਦੁਆਲੇ ਆ। ਇਹਨੂੰ ਅਸੀਂ ਵਧਾਉਣਾ ਹੈ, ਕਿਉਂਕਿ ਸੇਮ ਉਹੀ ਜਗ੍ਹਾ ਹੈ, ਉਹ ਕਿਸਾਨ ਹੈ। ਸਿੱਧੇ ਸ਼ਬਦਾਂ ਵਿੱਚ ਇਹ ਕਹਿਣਾ ਚਾਹੁੰਦੇ, ਖੜੋਤ ਆ ਗਈ ਹੈ। ਖੜੋਤ ਆ ਗਈ ਸੀ, ਬਿਲਕੁਲ ਖੜੋਤ ਆ ਗਈ। ਉਹਨੂੰ ਫਿਰ ਜਦੋਂ ਦੁਬਾਰਾ ਧੱਕਾ ਲਾਇਆ ਵੀ ਸਾਨੂੰ ਸੈਕੰਡ ਗ੍ਰੀਨ ਰੈਵੋਲੂਸ਼ਨ 'ਚ ਪਹਿਲਾਂ ਸਾਨੂੰ ਰਿਸੋਰਸ ਮੈਨੇਜਮੈਂਟ ਕਰਨੀ ਹੈ, ਵੀ ਜਿੰਨੇ ਸਾਡੇ ਨੈਚੁਰਲ ਰਿਸੋਰਸ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਕਿਸ ਤਰ੍ਹਾਂ ਵਰਤਣਾ। ਦੂਸਰੀ ਗੱਲ, ਪ੍ਰਤੀ ਏਕੜ ਪੈਦਾਵਾਰ ਵਧਾਉਣੀ ਹੈ। ਤੀਸਰਾ, ਉਸ ਪੈਦਾਵਾਰ ਦੀ ਗੁਣਵੱਤਾ ਵੀ ਵਧਾਉਣੀ ਹੈ। ਇਕੱਲੀ ਪੈਦਾਵਾਰ ਵਧਾ ਦਿਓਗੇ, ਕਣਕ ਚੰਗੀ ਖਾਣ ਵਾਲੀ ਨਹੀਂ ਹੋਏਗੀ, ਉਹਦਾ ਕੀ ਫਾਇਦਾ? ਜਿੱਦਾਂ ਆਪਣੇ ਲੋਕ ਕਹਿ ਦਿੰਦੇ ਵੀ ਫੋਕੀਆਂ ਸਬਜ਼ੀਆਂ ਨੇ, ਹਾਈਬ੍ਰਿਡ ਹੋ ਗਈਆਂ। ਲੇਕਿਨ ਮੁਸ਼ਕਲ ਕੀ ਆਈ? ਸਾਡੇ ਲੋਕ ਨੁਮਾਇੰਦੇ
ਜਿਨ੍ਹਾਂ ਨੇ ਨੀਤੀ ਬਣਾਉਣ ਲਈ ਅਲਟੀਮੇਟ ਯੋਗਦਾਨ ਪਾਣਾ ਹੁੰਦਾ। ਨੀਤੀ ਘਾੜੇ ਤੇ ਇੱਕ ਪ੍ਰੋਗਰਾਮ ਬਣਾ ਸਕਦੇ ਨੇ, ਪ੍ਰੋਗਰਾਮ ਬਣਾ ਕੇ ਉਹਨਾਂ ਸਰਕਾਰ ਨੂੰ ਸਬਮਿਟ ਕਰ ਦਿੱਤਾ, ਸਰਕਾਰ ਨੇ ਉਹ ਫੈਸਲਾ ਲੈਣਾ। ਸਰਕਾਰ ਨੂੰ ਕੌਣ ਇਨਫਲੂਐਂਸ ਕਰਦਾ? ਸਭ ਤੋਂ ਵੱਧ ਸਾਡੇ ਲੋਕ ਸਭਾ ਦੇ ਮੈਂਬਰ ਇਨਫਲੂਐਂਸ ਕਰਦੇ ਨੇ। ਹੈਰਾਨੀ ਇਹ ਆ ਕਿ ਅੱਜ ਦੀ ਮੌਜੂਦਾ ਲੋਕ ਸਭਾ ਦੇ ਵਿੱਚ 40% ਸਾਡੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਜਿਨ੍ਹਾਂ ਨੇ ਆਪਣਾ ਕਿੱਤਾ ਪ੍ਰੋਫੈਸ਼ਨ ਜਿਹੜਾ ਉਹ ਖੇਤੀਬਾੜੀ ਲਿਖਾਇਆ ਹੋਇਆ। ਸਰ ਇਹੋ ਜੀ ਰੇਸ਼ੋ ਵਿਧਾਨ ਸਭਾ ਵਿੱਚ ਵੀ ਆਉਂਦੀ ਹੈ, ਬਿਲਕੁਲ ਇਸ ਤਰ੍ਹਾਂ ਦੀ ਪਰ ਹੈ। ਸਵਾਲ ਇਹ ਹੈ ਮਿਸਟਰ ਚੀਮਾ, ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਜਿਹੜਾ ਉਹਦਾ ਕਿੱਤਾ ਇਹ ਲਿਖਦੇ ਆ, ਉਹਨਾਂ ਦੇ ਐਫੀਡੇਵਿਟ ਤੇ ਤੁਸੀਂ ਹਵਾਲਾ ਦੇ ਰਹੇ ਹੋ ਨਾ ਸਰ, ਤੇ ਉਹ ਐਗਰੀਕਲਚਰ ਨੂੰ ਬਤੌਰ ਕਿੱਤੇ ਵਜੋਂ ਪੇਸ਼ ਕਰਕੇ ਕੀ ਦਿਖਾਉਣਾ ਚਾਹੁੰਦੇ ਆ? ਜੋ ਤੁਸੀਂ ਇਹ ਹਵਾਲਾ ਦਿੰਦੇ ਹੋ ਕਿ ਸੱਤਾ ਧਿਰ ਦੇ ਜ਼ਿਆਦਾ ਐਮਪੀ ਹੈ ਜਿਹੜੇ ਉਹ ਖੇਤੀਬਾੜੀ ਦੇ ਧੰਦੇ ਨਾਲ ਜਾਂ ਖੇਤੀਬਾੜੀ ਦੇ ਪੇਸ਼ੇ ਨਾਲ ਜੁੜੇ ਹੋਏ ਆ, ਤੇ ਉਦੋਂ ਤੁਸੀਂ ਇੱਥੇ ਬਹਿ ਕੇ ਕਹਿੰਦੇ ਵੀ ਖੇਤੀਬਾੜੀ ਦਾ ਹਾਲ ਠੀਕ ਨਹੀਂ। ਸਰ ਮੈਨੂੰ ਇਹ ਦੋ ਚੀਜ਼ਾਂ ਮੈਚ ਨਹੀਂ ਕਰਦੀਆਂ ਲੱਗਦੀਆਂ। ਬਿਲਕੁਲ ਮੈਚ ਕਰਨਗੀਆਂ। ਇਹ ਅਸੀਂ ਉਹਨਾਂ ਚੀਜ਼ਾਂ 'ਚ ਜਾਂਦੇ ਹੀ ਨਹੀਂ, ਆਪਾਂ ਇੱਕ ਪ੍ਰੋਗਰੈਸਿਵ ਸੋਚ ਦੀ ਗੱਲ ਕਰ ਰਹੇ ਹਾਂ। 40% ਲੋਕ ਨੁਮਾਇੰਦੇ ਹੋ ਗਏ, ਉਹਨਾਂ ਨੇ ਖੁਸ਼ੀ ਨਾਲ ਲਿਖਾਤਾ, ਮਜਬੂਰੀ 'ਚ ਲਿਖਾਤਾ, ਲੋਕ ਲੁਭਾਵਣ ਢੰਗ ਨਾਲ ਲਿਖਾਤਾ, ਜਾਂ ਉਸ ਵੱਡੇ ਸੈਗਮੈਂਟ ਨੂੰ ਖੁਸ਼ ਕਰਨ ਲਈ ਕਿ ਅਸੀਂ ਤੁਹਾਡੇ ਨੁਮਾਇੰਦੇ ਹਾਂ। 72% ਸਾਡਾ ਰੂਰਲ ਇੰਡੀਆ, ਕਿਤੇ 68% ਆ ਜਾਂਦਾ, ਫਰਕ ਆ ਮੈਜਰਮੈਂਟ ਦਾ। ਉਹਨਾਂ ਨੇ ਇਹ ਸਭ ਤੋਂ ਪਹਿਲੀ ਜ਼ਿੰਮੇਵਾਰੀ ਸੀ ਵੀ ਅਸੀਂ ਇਹਨਾਂ ਲਈ ਕਰਨਾ ਕੀ ਹੈ। ਜੇ ਨਹੀਂ ਹੋਇਆ, ਨੀਤੀ ਘਾੜੇ ਦੀ ਮੈਂ ਤਾਂ ਹੀ ਤੁਹਾਨੂੰ ਗੱਲ ਦੱਸਣ ਲੱਗਾ ਕਿ ਨੀਤੀ ਘਾੜੇ ਨੇ ਨੀਤੀ ਬਣਾ ਕੇ ਦੇ ਦਿੱਤੀ, ਉਹਨੇ ਤੇ ਜਿੱਥੇ ਵੀ ਬੈਠ ਕੇ ਇਨਪੁਟ ਲਈਆਂ ਫੀਲਡ 'ਚੋਂ ਤੇ ਬਣਾ ਦਿੱਤੀ। ਫੈਸਲਾ ਕਿਹਨੇ ਕਰਨਾ? ਲੋਕ ਨੁਮਾਇੰਦਿਆਂ ਨੇ ਫੈਸਲਾ ਕਰਨਾ। ਲੋਕ ਨੁਮਾਇੰਦਿਆਂ ਦੀ ਚੁਣੀ ਸਰਕਾਰ ਨੇ ਕਰਨਾ। ਮੈਂਬਰ ਪਾਰਲੀਮੈਂਟ ਚੁਣਿਆ, ਪ੍ਰਾਈਮ ਮਿਨਿਸਟਰ ਬਣੇ, ਕੈਬਨਿਟ ਬਣੀ। ਨਹੀਂ ਫਿਰ ਮੈਨੂੰ ਇੱਕ ਚੀਜ਼ ਕਲੀਅਰ ਕਰੋ, ਮੈਂ ਕਨਫਿਊਜ਼ ਨਹੀਂ ਹੋਣਾ ਚਾਹੁੰਦਾ ਮਿਸਟਰ ਚੀਮਾ। ਜੇ ਤੁਸੀਂ ਕਹਿ ਰਹੇ ਨੀਤੀ ਘਾੜਾ ਨੇ ਨੀਤੀ ਬਣਾਉਣੀ ਹੈ, ਫੈਸਲਾ ਲੋਕ ਨੁਮਾਇੰਦਿਆਂ ਨੇ ਕਰਨਾ ਹੈ, ਇਹਦਾ ਮਤਲਬ ਲੋਕ ਨੁਮਾਇੰਦਿਆਂ ਨੂੰ ਤੁਸੀਂ ਇਹ ਮੰਨਦੇ ਹੋ ਕਿ ਉਹਨਾਂ ਨੂੰ ਪਤਾ ਕੁਝ ਨਹੀਂ, ਸਿਰਫ ਖੇਤੀਬਾੜੀ ਕਿੱਤਾ? ਨਹੀਂ, ਇਹ ਤਾਂ ਬਹੁਤ ਸਖਤ ਵਰਡ ਹੋ ਗਿਆ। ਉਹ ਪ੍ਰਾਇੋਰਟੀ ਜਿਹੜੀ ਏ ਖੇਤੀਬਾੜੀ ਬਾਰੇ, ਜਦੋਂ ਸਭ ਕੁਝ ਚੰਗਾ ਚੱਲ ਰਿਹਾ, ਹਰ ਕਿਸੇ ਨੂੰ ਖਾਣਾ ਪਾਣੀ ਮਿਲਣਾ ਸ਼ੁਰੂ ਹੋ ਗਿਆ, ਲੋਕਾਂ ਸੋਚਿਆ ਸਭ ਕੁਝ ਠੀਕ ਆ। ਉਹ ਠੀਕ ਨਹੀਂ ਸੀ। ਉਸ ਵੇਲੇ ਸਾਡੇ ਲੋਕ ਨੁਮਾਇੰਦਿਆਂ ਨੂੰ ਇਹ ਚਾਹੀਦਾ ਕਿ ਇਹ ਅੱਜ ਦੇ ਹਾਲਾਤ ਨੇ, ਅੱਜ ਤੋਂ 3 ਸਾਲ ਬਾਅਦ ਕੀ ਹੋਣੇ ਨੇ, 10 ਸਾਲ ਬਾਅਦ ਕੀ ਹੋਣੇ ਨੇ, ਤੇ 20 ਸਾਲ ਬਾਅਦ ਕੀ ਹੋਣੇ ਨੇ, ਉਹਦੇ 'ਚ ਆਪਾਂ ਫੇਲ ਕੀਤੇ ਆ, ਕੋਈ ਉਹਦੇ 'ਚ ਰਿਜ਼ਰਵੇਸ਼ਨ ਨਹੀਂ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਫਿਊਚਰ ਪਾਲਿਸੀ ਲਈ ਅਸੀਂ ਕੰਮ ਨਹੀਂ ਕਰਦੇ ਪਏ? ਬਿਲਕੁਲ ਹੋ ਵੀ ਰਿਹਾ, ਥੱਲੇ ਨਜ਼ਰ ਨਹੀਂ ਆ ਰਿਹਾ। ਨਜ਼ਰ ਨਹੀਂ ਆ ਰਿਹਾ। ਮੈਂ ਤੁਹਾਨੂੰ ਉਹਦੀ ਇੱਕ ਐਗਜ਼ਾਮਪਲ ਦਿੰਦਾ। ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਦੁਨੀਆ ਦੀ ਮੰਨੀ ਹੋਈ ਐਗਰੀਕਲਚਰ ਯੂਨੀਵਰਸਿਟੀ ਹੈ। ਜਿਸ ਤਰ੍ਹਾਂ ਦੀ ਰਿਸਰਚ ਉੱਥੇ ਸਾਡੇ ਸਾਇੰਸਦਾਨ ਕਰਦੇ ਨੇ, ਉਹਦਾ ਕੋਈ ਮੈਚ ਨਹੀਂ ਹੈ। ਅੱਜ ਦੇ ਦਿਨ ਵੀ ਜੇ ਉਹ ਕਿਸਾਨ ਤੱਕ ਨਹੀਂ ਪਹੁੰਚ ਰਿਹਾ ਤਾਂ ਤੁਸੀਂ ਯੂ ਕੈਨ ਨਾਟ ਬਲੇਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਉਹਦੇ ਵਿੱਚ ਜਿਹੜਾ ਇੱਕ ਵਿਚਕਾਰਲਾ ਧੁਰਾ ਸੀਗਾ ਉਹ ਮਿਸਿੰਗ ਆ, ਉਹ ਹੈਗਾ ਸਟੇਟ ਦਾ ਐਗਰੀਕਲਚਰ ਡਿਪਾਰਟਮੈਂਟ। ਉਹ ਪਹੁੰਚਾ ਹੀ ਨਹੀਂ ਪਾ ਰਹੇ ਕਿਸਾਨੀ ਕਰਨਾ ਪੈਣਾ ਤੁਹਾਨੂੰ ਚੀਮਾ ਸਾਹਿਬ। ਤੁਸੀਂ ਪੀਏਯੂ ਦੇ ਬਾਰੇ ਜਿਹੜੀ ਟਿੱਪਣੀ ਕੀਤੀ ਹੈ, ਤੁਸੀਂ ਉਹਦੇ ਵਿੱਚ ਵੀ ਰਹੇ ਹੋ ਪੀਏਯੂ ਦੇ ਵਿੱਚ। ਪੀਏਯੂ ਦੇ ਬਾਰੇ ਲੋਕ ਧਾਰਨਾ ਇਹ ਬਣੀ ਹੋਈ ਹੈ ਕਿ ਪੀਏਯੂ ਦੇ ਵਿੱਚ ਬੀਜ ਸੁਧਾਰ ਤੇ ਨਹੀਂ ਕੰਮ ਹੋ ਰਿਹਾ, ਕੋਈ ਵੱਡੀ ਖੋਜ ਨਹੀਂ ਹੋ ਰਹੀ। ਤੁਸੀਂ ਕਹਿ ਰਹੇ ਹੋ ਉਹ ਆਪਦਾ ਕੰਮ ਕਰ ਰਹੇ ਆ, ਪਰ ਉਹ ਨੀਤੀ ਜ਼ਮੀਨ ਤੱਕ ਨਹੀਂ ਪਹੁੰਚਦੀ ਪਈਗੀ। ਮੈਂ ਉਹੀ ਕਲੀਅਰ ਕਰ ਰਿਹਾ ਜੀ। ਜਿੰਨੇ ਮੈਂ ਤੇ ਖੁਦ ਬੋਰਡ ਤੇ ਰਹਿ ਕੇ, ਕਿਉਂਕਿ ਇਸੇ ਲਈ ਭੇਜਿਆ ਗਿਆ ਕਿ ਨਵੇਂ ਪਰਿਪੇਖ 'ਚ ਯੂਨੀਵਰਸਿਟੀ ਦੇ ਬੋਰਡ ਤੇ ਦੇਖਿਆ ਜਾਵੇ ਵੀ ਕੀ ਹੋ ਸਕਦਾ। ਸਭ ਤੋਂ ਪਹਿਲਾਂ ਕਿਸਾਨਾਂ ਨਾਲ ਸਿੱਧਾ ਸੰਬੰਧ ਹੋਣਾ ਚਾਹੀਦਾ ਉਹਨਾਂ ਦਾ। ਮੈਂ ਆ ਕੇ ਇੱਕ ਨਵਾਂ ਸਿਸਟਮ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪ੍ਰਚਾਰ ਤੇ ਪਸਾਰ ਹੋਵੇ ਵੀ ਆਹ ਨਵਾਂ ਬੀ ਆਇਆ। ਹੁਣ ਜਿਹੜਾ ਇਹ ਮਿਸਕਨਸੈਪਸ਼ਨ ਹੋ ਗਈ ਲੋਕਾਂ 'ਚ, ਇਹ ਪ੍ਰਚਾਰ ਬਣ ਗਿਆ ਕਿ ਨਵੇਂ ਬੀ ਤੇ ਨਹੀਂ ਰਿਸਰਚ ਹੋ ਰਹੀ ਜਾਂ ਲੋਕਾਂ ਤੱਕ ਪਹੁੰਚ ਨਹੀਂ ਰਹੀ। ਬਹੁਤੇ ਨਹੀਂ, ਸਾਰੇ ਲੋਕਾਂ ਨੂੰ ਹੀ ਨਹੀਂ ਇਹ ਪਤਾ ਲੱਗ ਪਾ ਰਿਹਾ ਵੀ ਉਹਨਾਂ ਦੀ ਉਹ ਮੈਂਡੇਟ ਹੀ ਨਹੀਂ, ਉਹਨਾਂ ਦਾ ਕੰਮ ਹੀ ਨਹੀਂ ਆ ਉਸ ਸਾਇੰਸਦਾਨ ਦਾ। ਉਹ ਸਟੇਟ ਦੇ ਐਗਰੀਕਲਚਰ ਡਿਪਾਰਟਮੈਂਟ ਨੇ ਲੋਕਾਂ ਤੱਕ ਪਹੁੰਚਾਉਣਾ। ਜੇ ਐਡਾ ਸੁਹਿਰਦ ਸਿਆਸਤਦਾਨ ਹੈ, ਉਹ ਇਸ ਚੀਜ਼ ਵੱਲ ਜੇ ਧਿਆਨ ਨਹੀਂ ਦੇਵੇਗਾ ਤੇ ਫਿਰ ਲੋਕਾਂ ਤੱਕ ਉਹ ਗੱਲ ਨਹੀਂ ਪਹੁੰਚੇਗੀ, ਕਿਉਂਕਿ ਉਹਨੇ ਲੋਕ ਨੀਤੀ ਘਾੜੇ ਨੇ ਜੋ ਨੀਤੀ ਘੜੀ ਹੈ, ਸਾਇੰਸਦਾਨ ਨੇ ਜੋ ਰਿਸਰਚ ਕੀਤੀ ਹੈ, ਲੋਕਾਂ ਤੱਕ ਨਹੀਂ ਪਹੁੰਚੀ। ਉਹ ਕਿੱਥੇ ਨੁਕਸ ਰਹਿ ਗਿਆ। ਚਲ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ ਸਰ ਜੀ। ਇੱਕ ਛੋਟਾ ਵਕਫਾ ਲੈ ਕੇ ਵਾਪਸ ਆ ਰਹੇ। ਅਮਰਜੀਤ ਸਿੰਘ ਚੀਮਾ ਸਾਡੇ ਨਾਲ ਨੇ। ਜਦੋਂ ਇਹ ਸਵਾਲ ਨੀਤੀ ਘਾੜਿਆਂ ਦਾ ਕਰਦੇ ਪਏ ਆ ਤੇ ਉਸ ਸਵਾਲ ਦੇ ਵਿਚਾਲੇ ਜਦੋਂ ਇਹ ਲੋਕ ਨੁਮਾਇੰਦਿਆਂ ਦਾ ਜ਼ਿਕਰ ਕਰਦੇ ਆ ਤੇ ਉਹ ਲੋਕ ਨੁਮਾਇੰਦਿਆਂ ਦੇ ਵਿਚਾਲੇ ਸਵਾਲ ਬਹੁਤ ਵੱਡਾ ਹੈ। ਸਾਡਾ ਜਿਹੜਾ ਯੂਥ ਹੈਗਾ, ਨੌਜਵਾਨ ਹੈ, ਉਹ ਖੇਤੀਬਾੜੀ ਵੱਲ ਜਾ ਰਿਹਾ ਜਾਂ ਮੂੰਹ ਮੋੜ ਰਿਹਾ, ਜਾਂ ਸਿਰਫ ਪ੍ਰਵਾਸ ਕਰ ਰਿਹਾ। ਇਹ ਸਵਾਲ ਬਹੁਤ ਵੱਡਾ। ਵਾਪਸ ਆ ਰਹੇ ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਮਿਸਟਰ ਚੀਮਾ, ਮੈਂ ਸਿੱਧਾ ਸਵਾਲ ਸਰ ਯੂਥ ਦਾ ਕਰਨਾ ਚਾਹੂੰਗਾ, ਕਿਉਂਕਿ ਯੂਥ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ,
ਪੰਜਾਬ ਵਿੱਚ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਪਿਆ ਕਿ ਯੂਥ ਦੀ ਗਿਣਤੀ ਘਟਦੀ ਪਈ ਹੈ ਜਿਹੜੀ ਖੇਤੀਬਾੜੀ ਵੱਲ ਨਹੀਂ ਜਾ ਰਹੀ। ਹੋ ਸਕਦਾ ਤੁਹਾਡੇ ਕੋਲ ਡਾਟਾ ਕੋਈ ਹੋਰ ਹੋਵੇ। ਸਾਡੇ ਇੱਕ ਸਾਹਮਣੇ ਇਹ ਸਵਾਲ ਰੱਖਿਆ ਜਾਂਦਾ ਕਿ ਯੂਥ ਤਾਂ ਪ੍ਰਵਾਸ ਕਰ ਰਿਹਾ, ਖੇਤੀਬਾੜੀ ਸਿਰਫ ਬਜ਼ੁਰਗ ਕਰਦੇ ਆ ਤੇ ਉਹੀ ਧਰਨੇ 'ਚ ਜਾਂਦੇ ਆ। ਇਹੀ ਚੀਜ਼ ਹੈ, ਇਹ ਮਿਸਕਨਸੈਪਸ਼ਨ ਦੂਰ ਕਿਹਨੇ ਕਰਨਾ। 67% ਸਾਡੀ ਆਬਾਦੀ ਜਿਹੜੀ ਹੈਗੀ ਹੈ ਪੰਜਾਬ ਦੀ, ਉਹ 40 ਸਾਲ ਤੋਂ ਥੱਲੇ ਆ, ਨੌਜਵਾਨੀ ਦੀ। ਅੱਜ ਵੀ ਜਿਹੜਾ ਬਣ ਰਿਹਾ ਪ੍ਰੋਗਰਾਮ ਤੇ ਡਾਟਾ 2011 ਦੇ ਵਿੱਚ ਜਿਹੜੀ ਸਾਡੀ ਸੈਂਸਸ ਹੋਈ ਸੀ, ਜਨਸੰਖਿਆ ਬਾਰੇ ਡਾਟਾ ਕਲੈਕਸ਼ਨ ਹੋਇਆ, ਅੱਜ ਦੇ ਦਿਨ ਉਹ 2,70,000 ਦੇ ਕੋਲ 2 ਕਰੋੜ 70 ਲੱਖ ਦੇ ਕੋਲ ਹੈ। ਅੱਜ ਸਾਡੀ ਆਬਾਦੀ 3 ਕਰੋੜ 5 ਤੋਂ 7 ਲੱਖ ਦੇ ਵਿੱਚ ਚੱਲ ਰਹੀ ਹੈ। UNFPA ਦੀ ਸਟੱਡੀ ਕਹਿੰਦੀ ਹੈ, ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਫੰਡ ਦੀ, ਤੇ ਦੂਸਰੀਆਂ ਸਟੱਡੀ ਇਹ ਕਹਿੰਦੀਆਂ ਕਿ ਦੁਨੀਆ ਦਾ ਸਭ ਤੋਂ ਯੰਗ ਦੇਸ਼ ਇੰਡੀਆ ਹੈ, ਜਿੱਥੇ 50% ਆਬਾਦੀ ਸਾਡੀ 25 ਸਾਲ ਤੋਂ ਥੱਲੇ ਆ। ਹੁਣ ਇਹ ਦੋ ਚੀਜ਼ਾਂ ਨੂੰ ਜਦੋਂ ਵੇਖ ਲਿਆ ਜਾਵੇ ਤੇ ਸਾਰੀ ਪ੍ਰੋਬਲਮ ਦਾ ਹੱਲ ਤੇ ਸਾਡੇ ਕੋਲ ਹੀ ਹੈ। ਜਦੋਂ ਇਹ ਗੱਲ ਕਹਿ ਦਿੰਦੇ ਵੀ ਇੱਕ ਨਰੇਟਿਵ ਬਣ ਗਿਆ ਜੀ ਇੱਥੇ ਕੁਝ ਨਹੀਂ ਪਿਆ, ਛੱਡ ਦਿਓ, ਨਿਕਲ ਜਾਓ, ਉਹ ਰੋਕਣਾ ਕਿੰਨੇ ਆ? ਪਹਿਲੀ ਗੱਲ ਸਾਡੇ ਘਰ ਤੋਂ ਰੁਕਣਾ ਚਾਹੀਦਾ ਤੇ ਦੂਸਰਾ ਗੱਲ ਸਰਕਾਰ ਤੋਂ ਰੁਕਣਾ ਚਾਹੀਦਾ। ਮੈਂ ਵੈਸੇ ਤੁਹਾਡੀ ਗੱਲ ਬਹੁਤ ਸੰਜੀਦਗੀ ਨਾਲ ਸੁਣਨਾ ਚਾਹੁੰਦਾ ਸਾਰੀ, ਪਰ ਰੋਜ਼ਗਾਰ ਦਾ ਸਾਧਨ ਹੈ ਸਰ ਖੇਤੀ? ਉਹੀ ਦੱਸਣ ਲੱਗਾ ਜੀ, ਰੋਜ਼ਗਾਰ ਦਾ ਸਾਧਨ ਕਿਉਂ ਨਹੀਂ ਹੈ? 67% ਨੌਜਵਾਨ ਹੈ ਖੇਤੀਬਾੜੀ 'ਚ। ਜੋ ਤੁਸੀਂ ਕਿਹਾ ਕਿ ਲੋਕ ਘਟਦੇ ਜਾ ਰਹੇ ਨੇ, ਇਹ ਇੱਥੇ ਦਾ ਨਹੀਂ, ਇਹ ਗਲੋਬਲ ਫਨੋਮੀਨਾ ਹੈ। ਬੀਤੇ ਸਮੇਂ 'ਚ ਭਾਰਤ ਸਰਕਾਰ ਦੇ ਇੱਕ ਆਫੀਸ਼ੀਅਲ ਡੈਲੀਗੇਸ਼ਨ ਤੇ ਅਸੀਂ ਲੰਡਨ ਗਏ, ਮੈਂ ਅੱਗੇ ਵੀ ਇੱਕ ਵਾਰ ਕੋਟ ਕੀਤਾ। ਉਦੋਂ ਦੇ ਉਹਨਾਂ ਦੇ ਬੜੇ ਸੀਨੀਅਰ ਮਿਨਿਸਟਰ ਸੀਗੇ, ਮਿਸਟਰ ਡੇਵਿਡ ਮਿਲੀਬੈਂਡ, ਦੋਨੋਂ ਬ੍ਰਦਰ ਮਿਨਿਸਟਰ ਸੀਗੇ। ਉਹਨਾਂ ਜਾਂਦਿਆਂ ਵੀ ਇੱਕ ਸਰਦਾਰ ਦੇਖਿਆ, ਪੰਜਾਬ ਤੋਂ ਦੇਖਿਆ, ਕਿਉਂਕਿ ਦੇ ਕੈਨ ਆਇਡੈਂਟੀਫਾਈ ਕਿ ਵੀ ਇਹ ਪੰਜਾਬੀ ਨੇ। ਮੈਨੂੰ ਉਹਨਾਂ ਇੱਕੋ ਪਹਿਲਾ ਹੀ ਸਵਾਲ ਇਹ ਪੁੱਛਿਆ ਕਿ ਮਿਸਟਰ ਚੀਮਾ, ਹਾਊ ਮੈਨੀ ਯੂਥ ਆਰ ਇੰਟਰਸਟਡ ਇਨ ਐਗਰੀਕਲਚਰ? ਜੋ ਮੈਂ ਪਹਿਲਾਂ ਕੋਈ ਜਵਾਬ ਦੇ ਪਾਉਂਦਾ, ਉਹਨਾਂ ਇਹ ਕਿਹਾ ਵੀ ਸਾਡੇ 2% ਨਹੀਂ ਗਏ UK ਦੇ ਵਿੱਚ ਕਿਸਾਨੀ ਦੇ ਵਿੱਚ ਨੌਜਵਾਨ, ਅੱਗੋਂ ਵੀ ਆਉਣਾ ਨਹੀਂ ਚਾਹੁੰਦਾ। ਇਹਦੇ ਲਈ ਕੀ ਹੱਲ ਕਰ ਰਹੇ ਹੋ? ਮੈਂ ਕਿਹਾ ਜੀ ਅਸੀਂ 2-3 ਤਰ੍ਹਾਂ ਦੇ ਪ੍ਰੋਗਰਾਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦਾ ਕਾਰਨ ਇਹ ਆ ਕਿਉਂਕਿ ਸਭ ਤੋਂ ਵੱਡਾ ਰੋਜ਼ਗਾਰ, ਕੀ ਗੱਲ ਕਿਸਾਨੀ ਰੋਜ਼ਗਾਰ ਨਹੀਂ ਹੈ? ਸਾਡੇ ਲਈ ਇਹ ਜੀਵਨ ਜਾਚ ਆ, ਇਹ ਕੋਈ ਕਾਰੋਬਾਰ ਨਹੀਂ ਹੈ। ਐਗਰੀਕਲਚਰ ਕਾਰੋਬਾਰ ਹੁੰਦਾ ਤੇ ਇਹਦੇ ਘਾਟੇ ਦਾ ਸੌਦਾ ਰਹਿੰਦਾ, ਲੇਕਿਨ ਇਹਦੇ 'ਚ ਵੈਲਿਊ ਐਡੀਸ਼ਨ ਨਹੀਂ ਹੋ ਰਹੀ ਕਿਸੇ ਵੀ ਤਰ੍ਹਾਂ ਦੀ, ਕਿਸੇ ਵੀ ਪਾਸਿਓਂ। ਮੈਂ ਉਹੀ ਦੱਸਣ ਲੱਗਾ ਕਿ ਮੁਸ਼ਕਲ ਕੀ ਹੋ ਰਹੀ ਹੈ, ਨੀਤੀ ਘਾੜਿਆਂ ਦੀ ਤੇ ਪ੍ਰੈਕਟੀਕਲ ਰਿਐਲਿਟੀ ਦੀ। ਸਾਡੀ ਜਿਹੜੀ ਪ੍ਰੋਡਿਊਸ ਹੋ ਰਹੀ ਹੈ, ਕਿਸੇ ਵੇਲੇ ਅਸੀਂ 72% ਕੇਂਦਰੀ ਖਾਦ ਭੰਡਾਰਨ ਦੇ ਵਿੱਚ ਪੰਜਾਬ ਯੋਗਦਾਨ ਪਾਉਂਦਾ ਸੀਗਾ 1980 ਦੇ ਵਿੱਚ। ਅੱਜ ਸਾਡੀ ਕਣਕ ਦਾ 30 ਤੋਂ 31% ਆ ਗਿਆ ਹੈ ਘਟ ਕੇ। ਲੇਕਿਨ ਜੇ ਐਬਸੋਲੂਟ ਦੂਜੇ ਪਾਸੇ ਵੇਖਿਆ ਜਾਵੇ, ਉਦੋਂ ਤੇ 40 ਲੱਖ ਟਨ ਸੀਗਾ ਸਾਰਾ ਕਣਕ ਦਾ ਪੈਦਾਵਾਰ, ਅੱਜ 150 ਲੱਖ ਟਨ ਕ੍ਰਾਸ ਕੀਤੀ ਹੈ, ਜਿਹੜੀ ਹੁਣੇ ਨਿਕਲ ਕੇ ਗਿਆ। ਉਹ ਜਿਹੜਾ ਵਧਿਆ ਆਲਮੋਸਟ 110 ਲੱਖ ਟਨ ਦਾ ਫਰਕ ਆਇਆ। ਸਾਰੇ ਕੰਟਰੀ 'ਚ ਗਰੋਥ ਹੋਣੀ ਸ਼ੁਰੂ ਹੋਈ ਐਗਰੀਕਲਚਰ ਦੀ। ਜਦੋਂ 72% ਸਾਡਾ ਰੂਰਲ ਏਰੀਆ ਹੈ, ਉਹਦੇ ਵਿੱਚੋਂ 68% ਐਗਰੀਕਲਚਰ ਦੇ ਵਿੱਚ ਨੇ। ਉਹਦੇ ਵਿੱਚੋਂ ਵੀ 60% ਦੇ ਇਰਦ ਗਿਰਦ ਕਿਸਾਨ ਨੇ ਜਿਹੜੇ 10 ਹੈਕਟੇਅਰ ਤੋਂ ਥੱਲੇ ਨੇ ਸਾਰੇ ਦੇਸ਼ ਦੇ ਵਿੱਚ। ਇਹ ਕਿੱਤਾ ਕਿਉਂ ਨਹੀਂ ਬਣ ਰਿਹਾ? ਸਰਕਾਰ ਨੂੰ ਸਪੋਰਟ ਕਰਨਾ ਬਣਦਾ ਹੈ। ਅੱਜ ਦੀ ਪ੍ਰੋਬਲਮ ਕੀ ਹੈ? ਚਾਰੋਂ ਪਾਸੇ ਹੁਣ MSP ਦੀ ਚਰਚਾ ਹੋ ਰਹੀ ਹੈ। ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਕਿ MSP ਡਿਸਾਈਡ ਕੌਣ ਕਰਦਾ ਤੇ ਕਿਸ ਤਰ੍ਹਾਂ ਕਰਦਾ। ਸਾਡੀ ਪ੍ਰੋਡਿਊਸ ਹੋਈ, ਦੇਸ਼ ਦੇ ਵਿੱਚ ਅੰਨ ਦੀ ਕਮੀ ਸੀ। ਉਸ ਤੋਂ ਬਾਅਦ ਸਰਕਾਰਾਂ ਇੰਟਰਵੀਨ ਕਰਕੇ ਕਿਹਾ ਕਿ ਮਿਨੀਮਮ ਸਪੋਰਟ ਪ੍ਰਾਈਸ ਕਹਿ ਦਿਓ ਵੀ ਜੇ ਇਹ ਇਸ ਤੋਂ ਥੱਲੇ ਤੁਹਾਡੀ ਫਸਲ ਨਹੀਂ ਵਿਕੇਗੀ। ਕਣਕ ਤੇ ਝੋਨਾ ਦਾ ਪ੍ਰੋਮੀਨੈਂਸ ਆ ਗਿਆ ਕਿਉਂਕਿ ਦੋਨੋਂ ਸਟੇਪਲ ਫੂਡ ਸੀ, ਲੋਕ ਸਾਰੇ ਕੰਟਰੀ 'ਚ ਖਾਂਦੇ ਸੀਗੇ। CACP ਇੱਕ ਸੰਸਥਾ ਬਣਾਈ ਗਈ, 3 ਤੋਂ 5 ਤੱਕ ਮੈਂਬਰ ਹੁੰਦੇ ਨੇ ਉਹਦੇ, 3 ਜ਼ਿਆਦਾਤਰ ਹੁੰਦੇ ਨੇ ਸੀਨੀਅਰ ਮੋਸਟ, ਕੋਈ ਐਗਰੀਕਲਚਰ ਸਾਇੰਟਿਸਟ ਜਾਂ ਖੇਤੀਬਾੜੀ ਮਾਹਿਰ, ਉਹਨੂੰ ਉਹਦਾ ਚੇਅਰਮੈਨ ਲਾ ਦਿੰਦੇ ਨੇ। ਇਹ ਇੱਕ ਰਿਕਮੈਂਡੇਟਰੀ ਅਥਾਰਟੀ ਹੈ। ਉਹਨਾਂ ਕੋਲ ਅਸੀਂ ਲੈ ਕੇ ਜਾਣਾ, ਕਿਸਾਨ ਯੂਨੀਅਨਾਂ ਨੇ ਲੈ ਕੇ ਜਾਣਾ, ਕਿਸਾਨੀ ਨੁਮਾਇੰਦਿਆਂ ਲੈ ਕੇ ਜਾਣਾ, ਸਟੇਟਾਂ ਦੀਆਂ ਸਰਕਾਰਾਂ ਨੇ ਲੈ ਕੇ ਜਾਣਾ ਕਿ ਸਾਡੀ ਇੰਨੀ ਪੈਦਾਵਾਰ ਹੋ ਰਹੀ ਹੈ, ਸਾਨੂੰ ਇਹਦਾ ਸਮਰਥਨ ਮੁੱਲ ਵਧਾਓ। ਉਹ ਜਿਹੜਾ ਸਮਰਥਨ ਮੁੱਲ ਆ ਉਹਨਾਂ ਨੇ ਰਿਕਮੈਂਡ ਕਰਕੇ ਭੇਜਣਾ। ਮੈਂ 3 ਵਾਰ ਆਪ CACP ਦੇ ਚੇਅਰਪਰਸਨ ਨੂੰ ਮਿਲਿਆ, ਦਿਸ ਇਜ਼ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਦਾ। ਉਹਨਾਂ ਨੇ ਕਿਹਾ ਵੀ ਜੀ ਪਹਿਲਾਂ ਤਾਂ ਮੈਨੂੰ ਇਹ ਹੈਰਾਨੀ ਹੁੰਦੀ ਹੈ ਕਿ ਚਾਰੋਂ ਪਾਸਿਓਂ ਕਿਉਂ ਨਹੀਂ ਚਰਚਾ ਦਾ ਵਿਸ਼ਾ ਉੱਠਦਾ ਪੰਜਾਬ ਦੇ ਵਿੱਚੋਂ ਵੀ ਸਾਡੀ ਫਸਲ ਦਾ ਇੰਨਾ ਮੁੱਲ ਜ਼ਿਆਦਾ ਚਾਹੀਦਾ, ਸਾਡੀ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੈ। ਚਲੋ ਹੋਇਆ, ਸਾਰੀਆਂ ਯੂਨੀਅਨਾਂ ਜਾਂਦੀਆਂ ਨੇ,
ਕੀ ਹੁੰਦਾ ਅਲਟੀਮੇਟਲੀ ਜੇ ਜ਼ਮੀਨੀ ਹਕੀਕੀ ਸੱਚਾਈ ਨਜ਼ਰ ਨਹੀਂ ਆ ਰਹੀ, ਇਹਦਾ ਮਤਲਬ ਕੁਝ ਵੀ ਅੰਤ ਨਹੀਂ ਹੋਇਆ। ਹੁਣ ਦੂਸਰੀ ਮੁਸ਼ਕਲ ਕੀ ਆਉਂਦੀ ਹੈ, ਜਦੋਂ ਮੈਂ ਕਹਿੰਦਾ ਸਾਡੇ ਲੋਕ ਨੁਮਾਇੰਦੇ ਕੀ ਕਰਦੇ ਨੇ, ਉਹਨਾਂ ਨੇ CACP ਦੀ ਰਿਕਮੈਂਡੇਸ਼ਨ ਭੇਜਤੀ ਭਾਰਤ ਸਰਕਾਰ ਨੂੰ। ਭਾਰਤ ਸਰਕਾਰ 'ਚ ਕੈਬਨਿਟ ਨੇ ਡਿਸੀਜਨ ਲੈਣਾ, ਉਹ ਰਿਕਮੈਂਡੇਟਰੀ ਅਥਾਰਟੀ ਦਾ ਆ ਗਿਆ ਭਾਰਤ ਸਰਕਾਰ ਕੋਲ। ਭਾਰਤ ਸਰਕਾਰ ਦੀ CCA ਇੱਕ ਕਮੇਟੀ ਹੈ ਕੈਬਨਿਟ ਮਿਨਿਸਟਰਸ ਦੀ, ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ, ਜਿਹੜੀ ਉਸ ਚੀਜ਼ ਦੇ ਉੱਤੇ ਫੈਸਲਾ ਕਰਦੀ ਹੈ ਵੀ ਇਸ ਸਾਲ ਕਣਕ ਘੱਟ ਹੋ ਰਹੀ ਹੈ ਜਾਂ ਵੱਧ ਹੋ ਰਹੀ ਹੈ, ਉਸ ਹਿਸਾਬ ਨਾਲ ਮਿਨੀਮਮ ਸਪੋਰਟ ਪ੍ਰਾਈਸ ਦੇ ਦਿੱਤੀ ਜਾਵੇ। ਇੱਕ ਸਵਾਲ ਕਰ ਲਾਂ ਤੁਸੀਂ CACP ਦਾ ਜ਼ਿਕਰ ਕੀਤਾ, CACP ਨੇ ਕਦੇ ਇਹ ਸੋਚਿਆ ਇਸ ਬਾਰੇ ਕਿ ਇਹਦੇ ਬਾਰੇ ਕੋਈ ਕਾਨੂੰਨ ਹੋਣਾ ਚਾਹੀਦਾ ਜਾਂ ਨਹੀਂ, ਇਸ ਬਾਬਤ ਉੱਥੇ ਕੋਈ ਚਰਚਾ ਨਹੀਂ? ਆਪਾਂ ਕਾਨੂੰਨ ਤੇ ਆਨੇ, ਕਾਨੂੰਨ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਬਾਕੀ ਚੀਜ਼ਾਂ ਫੇਲ ਹੋ ਜਾਣ। ਅੱਜ ਲੋੜ ਪੈ ਗਈ ਹੈ, ਇਹ ਹੋਣਾ ਚਾਹੀਦਾ। ਲੇਕਿਨ ਮੈਂ ਉਸ ਤੋਂ ਪਹਿਲਾਂ ਇੱਕ ਹੋਰ ਦੱਸਦਾ ਮੁਸ਼ਕਲ ਕਿੱਥੋਂ ਆਉਂਦੀ ਹੈ। CCA ਆ ਗਈ, ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰਸ, ਜਿਹੜੀ ਫੈਸਲਾ ਕਰੇਗੀ। ਉਹਦੇ ਮੈਂਬਰ ਕਿਹੜੇ ਨੇ? ਸੀਨੀਅਰ ਮੋਸਟ ਕੈਬਨਿਟ ਮਿਨਿਸਟਰ ਹੁੰਦੇ ਨੇ। ਪੰਜਾਬ ਦਾ ਤਰਾਸਦੀ ਇਹ ਰਹੀ ਹੈ, ਸਾਡਾ ਕਦੇ ਵੀ ਨੁਮਾਇੰਦਾ ਉਹਦੇ ਵਿੱਚ ਨਹੀਂ ਹੈਗਾ। ਸੀਨੀਅਰ ਮੋਸਟ ਮਿਨਿਸਟਰ ਜਿਹੜਾ CCA ਵਿੱਚ ਫੈਸਲਾ ਕਰੇ। ਫੈਸਲਾ ਕੌਣ ਕਰ ਰਹੇ ਨੇ? ਫੈਸਲਾ ਉਹ ਕੰਜ਼ਿਊਮਰ ਸਟੇਟਸ ਕਰ ਰਹੀਆਂ ਨੇ, ਜਿੱਥੋਂ ਵੱਧ ਆ ਰਹੇ ਨੇ ਲੋਕ, ਔਰ ਸੀਨੀਅਰਿਟੀ ਮੁਤਾਬਕ। ਮੈਨੂੰ ਰੀਜ਼ਨ ਦੱਸੋ ਸਰ, CCA ਵਿੱਚ ਸਾਡਾ ਮੈਂਬਰ ਕਿਉਂ ਨਹੀਂ ਹੈਗਾ? ਉਹ ਸੀਨੀਅਰਿਟੀ ਨਾਲ ਲੋਕ ਨੁਮਾਇੰਦਾ ਜਿਹੜਾ ਹੈਗਾ ਹੈ, ਉਹ ਕੁਝ CCA ਜਿਹੜੀ ਬਣਦੀ ਇਕੱਲੀ ਅਨਪੜ੍ਹਾਰਨ ਲਈ ਥੋੜ੍ਹਾ ਬਣਦੀ, ਬਹੁਤ ਸਾਰੀਆਂ ਚੀਜ਼ਾਂ ਲਈ ਬਣਦੀ ਹੈ। ਸਾਡੀ ਪੰਜਾਬ ਦੀ ਜਦੋਂ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਯੋਗਦਾਨ ਰਿਹਾ, ਜਦੋਂ ਕਿ ਅਸੀਂ ਕੁਝ ਪਾਰਟੀਆਂ ਇਹੋ ਹੀ ਕਹਿੰਦੀਆਂ ਰਹੀਆਂ ਵੀ ਅਸੀਂ ਤੇ ਕਿਸਾਨੀ ਦੇ ਨੁਮਾਇੰਦੇ ਹਾਂ, ਅਸੀਂ ਤੇ ਪੰਜਾਬ ਦੇ ਨੁਮਾਇੰਦੇ ਹਾਂ, ਤੇ ਜਦੋਂ ਮਹਿਕਮਾ ਲੈਣ ਦੀ ਗੱਲ ਆਣੀ ਹੈ ਐਗਰੀਕਲਚਰ ਲਈ ਲੜ ਮਰਨਾ। ਐਗਰੀਕਲਚਰ ਇਜ਼ ਨਾਟ ਇਹ ਨਾ ਪੰਜਾਬ ਨੂੰ ਗ੍ਰੇਨ ਫੈਕਟਰੀ ਬਣਾਤਾ। ਫੈਸਲਾ ਕਿੱਥੇ ਹੋਣਾ? ਫੂਡ ਮਿਨਿਸਟਰ ਨੇ ਜਾ ਕੇ ਕਰਨਾ ਕਿ ਉਹਨੂੰ ਕਿੰਨਾ ਫੂਡ ਚਾਹੀਦਾ, ਕਿੰਨਾ ਨਹੀਂ ਚਾਹੀਦਾ, ਕਿੰਨੀ ਲੋੜ ਆ, ਕਿੰਨਾ ਐਕਸਪੋਰਟ ਕਰਨਾ ਹੈ, ਕਿਸ ਏਰੀਏ 'ਚ ਘੱਟ ਆ। ਹੁਣ ਸਾਡੀ ਤਰਾਸਦੀ ਰਹੀ, ਅਸੀਂ ਕਦੇ ਨਹੀਂ ਸੰਘਰਸ਼ ਇਹਦੇ ਲਈ ਕਰ ਪਾਏ ਪ੍ਰਧਾਨ ਮੰਤਰੀ ਲੈਵਲ ਤੱਕ। ਜਦੋਂ ਹੋਇਆ ਹੁਣ ਪਿਛਲੇ ਰਜੀਮ 'ਚ ਤਾਂ ਨਹੀਂ ਲੋੜ ਪਈ ਕਿ ਸਕਸੈਸਿਵਲੀ ਮਿਨੀਮਮ ਸਪੋਰਟ ਪ੍ਰਾਈਸ ਵੱਧਦਾ ਰਿਹਾ, ਓਵਰਆਲ ਇਕਨੋਮੀ ਦੀ ਗਰੋਥ ਹੁੰਦੀ ਰਹੀ, ਲੋਕਾਂ ਨੂੰ ਲੱਗਦਾ ਰਿਹਾ ਵੀ ਸਭ ਕੁਝ ਠੀਕ ਚੱਲਦਾ ਰਿਹਾ। ਉਹੀ ਪੁਰਾਣੀ ਸਾਡੀ, ਅਸੀਂ ਤਾਂ ਗੁਰਬਾਣੀ ਤੋਂ ਸੇਧ ਲੈਂਦੇ ਹਾਂ ਵੀ ਜਦੋਂ ਮੁਸ਼ਕਲ ਹੋਈ ਉਦੋਂ ਜੁਝਾਰੂ ਉੱਠ ਖਲੋਤੇ। ਹੁਣ ਉਹਦੇ ਵਿੱਚ ਸਾਡਾ ਕਦੇ ਨੁਮਾਇੰਦਾ ਨਹੀਂ ਗਿਆ। ਅਸੀਂ ਐਗਰੀਕਲਚਰ ਲੈ ਕੇ ਉਹਦੇ ਤੇ ਜ਼ੋਰ ਲਾਉਂਦੇ ਰਹੇ। ਐਗਰੀਕਲਚਰ ਦਾ ਮਤਲਬ ਹੈ ਮੋਰ ਪ੍ਰੋਡਕਸ਼ਨ। ਅਸੀਂ ਪੰਜਾਬ ਨੂੰ ਗ੍ਰੇਨ ਫੈਕਟਰੀ ਬਣਾ ਦਿੱਤਾ, ਸਾਡੇ ਰਿਸੋਰਸਿਸ ਖਤਮ ਹੋ ਗਏ। ਕਦੇ ਹਵਾ ਪਾਣੀ ਤੇ ਜਲ ਜਿਹੜਾ ਚੱਲਦਾ ਪਿਆ, ਤਿੰਨੇ ਗੱਲਾਂ ਹੋ ਗਈਆਂ। ਉਸ ਤੋਂ ਬਾਅਦ ਆ ਗਿਆ ਕਿ ਖੇਤੀ ਇਨਫਰਾਸਟ੍ਰਕਚਰ 'ਚ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀ ਕੁ ਇਨਵੈਸਟਮੈਂਟ ਹੋਈ ਹੈ। ਮੁਸ਼ਕਲ ਕੀ ਹੈ ਵੀ ਜਦੋਂ ਸੱਤਾ 'ਚ ਆਏ ਨੇ ਇਹ ਕਿਹਾ ਗਿਆ ਕਿ ਅਸੀਂ ਕਿਸਾਨੀ ਦੀ ਆਮਦਨੀ ਦੁੱਗਣੀ ਕਰ ਦਿਆਂਗੇ। ਹਰ ਬੰਦੇ ਨੇ ਬਿਲੀਵ ਕੀਤਾ, ਕਿਉਂਕਿ ਚਲੋ ਮੈਂ ਇਸੇ 72% ਸਵਾਲ ਤੇ ਵਾਪਸ ਆ ਰਿਹਾ। ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂਗਾ। ਮਿਸਟਰ ਚੀਮਾ ਗੱਲ ਕਰ ਰਹੇ ਆ ਮੌਜੂਦਾ ਸਰਕਾਰ ਦੀ, ਜੋ ਮੌਜੂਦਾ ਸਰਕਾਰ ਤੇ ਸਵਾਲ ਚੁੱਕਦੇ ਪਿਆ, ਤੇ ਉਦੋਂ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹਨਾਂ ਨੇ ਕੀ ਕੀਤਾ ਸੀ, ਉਹ ਸਵਾਲ ਵੀ ਹੋਣਾ ਚਾਹੀਦਾ। ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਚੀਮਾ ਸਾਹਿਬ, ਤੁਸੀਂ ਇੱਕ ਸਵਾਲ ਕੀਤਾ ਕਿ ਉਹਨਾਂ ਨੇ ਕਿਹਾ ਸੀ ਆਮਦਨੀ ਦੁੱਗਣੀ ਕਰਾਂਗੇ ਅਸੀਂ। ਜਦੋਂ ਤੁਸੀਂ ਇਹ ਸਵਾਲ ਕਰਦੇ ਹੋ, ਹੁਣ ਕਾਂਗਰਸ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਗਰੰਟੀ ਦੇਵਾਂਗੇ, ਕਾਨੂੰਨ ਬਣਾਵਾਂਗੇ। ਜਦੋਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਕਾਂਗਰਸ ਕੋਲੇ ਪਹੁੰਚੀਆਂ ਸੀ ਜਾਂ ਉਹਦੀ UPA ਸਰਕਾਰ ਕੋਲੇ ਪਹੁੰਚੀਆਂ ਸੀ, ਉਹ ਸਾਰੇ ਇੰਨੇ ਸਾਲ ਫਾਈਲਾਂ ਜਿਹੜੀਆਂ ਮਿੱਟੀ ਥੱਲੇ ਪਈਆਂ ਰਹੀਆਂ। ਉਦੋਂ ਕਿਉਂ ਨਹੀਂ ਇਹ ਇਨੀਸ਼ੀਏਟਿਵ ਲਿਆ ਗਿਆ? ਅੱਜ ਸੱਤਾ ਲੈਣ ਲਈ ਇਹ ਇਨੀਸ਼ੀਏਟਿਵ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ ਮੁਸ਼ਕਲ ਕੀ ਰਹੀ ਹੈ, ਮੈਂ ਤੁਹਾਨੂੰ ਕੰਪਰੀਹੈਂਸਿਵ ਗੱਲ ਕਰ ਰਿਹਾ। ਪਾਰਟੀਬਾਜੀ ਇੱਕ ਵੱਖਰੀ ਗੱਲ ਆ, ਜਿੱਥੇ ਰਹਿੰਦੇ ਹੋ ਉੱਥੇ ਹੀ ਤੁਸੀਂ ਰਹਿਣਾ ਹੈ। ਪਿਛਲੇ ਰਜੀਮ ਦੇ ਵਿੱਚ ਜਿੰਨਾ ਕਿਸਾਨੀ ਲਈ ਕੰਮ ਹੋਇਆ ਅੱਜ ਤੱਕ ਕਦੇ ਨਹੀਂ ਹੋਇਆ। ਮੁਸ਼ਕਲ ਕੀ ਰਹੀ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਸਰਕਾਰ ਦੇ ਪ੍ਰਚਾਰ ਤੇ ਪਸਾਰ ਦੇ ਵਿੱਚ ਇੰਨੀ ਗੰਭੀਰ ਸੰਕਟ ਸੀ ਕਿ ਲੋਕਾਂ ਤੱਕ ਉਹ ਗੱਲ ਹੀ ਨਹੀਂ ਪਹੁੰਚ ਸਕੀ। ਕੀ ਕਰ ਸਕੇ ਹੋ ਤੁਸੀਂ ਉਹਦੇ ਲਈ? UPA ਸਰਕਾਰ ਵੇਲੇ 70 ਤੋਂ 75 ਹਜ਼ਾਰ ਕਰੋੜ ਦਾ ਡੈਟ ਰਿਲੀਫ ਪੈਕੇਜ ਦਿੱਤਾ ਗਿਆ ਕਿਸਾਨੀ ਨੂੰ। ਇੱਕ ਵਾਰ ਸੰਘਰਸ਼ ਵਿੱਚੋਂ ਬਾਹਰ ਕੱਢ ਲਓ। ਉਸ ਵੇਲੇ ਦਾ ਉਹ 16 ਤੋਂ 18 ਬਿਲੀਅਨ US$ ਦੇ ਬਰਾਬਰ ਬਣਦਾ ਸੀ। ਇਹ ਕਿਉਂ ਕਿਸੇ ਨੂੰ ਦੱਸ ਨਹੀਂ ਪਾਏ, ਪ੍ਰਚਾਰ ਨਹੀਂ ਕੀਤਾ? ਸਵੇਰ ਦੁਪਹਿਰ ਸ਼ਾਮ ਚਰਚਾ ਨਹੀਂ ਹੋਈ, ਅਖਬਾਰ ਤੇ ਬੋਰਡ ਨਹੀਂ ਲੱਗਾ, TV ਤੇ ਨਹੀਂ ਲੱਗਾ। ਇਸ ਕਰਕੇ ਮੁਸ਼ਕਲ ਹੋ ਗਈ। ਆਪਾਂ ਉਸ ਗੱਲ ਨੂੰ ਛੱਡ ਦਈਏ। ਤੁਹਾਡੀ ਗੱਲ ਨਾਲ ਮੈਂ ਤੁਰ ਪੈਣਾ। ਉਸ ਤੋਂ ਅੱਗੇ ਉਦੋਂ ਪੰਜਾਬ ਨੂੰ ਕੀ ਮਿਲਿਆ ਸੀ ਚੀਮਾ ਸਾਹਿਬ? ਮੈਂ ਉਹੀ ਦੱਸਣ ਲੱਗਾ ਜੀ। ਆਪਾਂ
ਪ੍ਰੋਗਰੈਸਿਵ ਤੇ ਉਸ ਵਾਲੀ ਗੱਲ ਕਰਦੇ ਹਾਂ। ਆਪਾਂ ਪਹਿਲਾਂ ਇੱਥੋਂ ਸ਼ੁਰੂ ਕਰ ਲਈਏ ਵੀ ਜਦੋਂ ਸੱਤਾ 'ਚ ਸਰਕਾਰ ਆਈ, ਹਰ ਬੰਦੇ ਨੂੰ ਆਸ ਸੀ ਕਿ ਅਸਾਂ ਕਿਸਾਨੀ ਦੇ ਵਿੱਚ ਡਬਲ ਹੋਏਗਾ। ਚਲੋ ਪਿਛਲੀਆਂ ਰਜੀਮ ਬਾਹਰ ਗਏ ਨੇ, ਇਸੇ ਕਾਰਨ ਗਏ ਕਿ ਲੋਕ ਖੁਸ਼ ਨਹੀਂ ਹੋ ਪਾਏ ਜਾਂ ਉਹਨਾਂ ਤੱਕ ਗੱਲ ਸਹੀ ਨਹੀਂ ਪਹੁੰਚ ਪਾਈ। ਹੁਣ 2022 ਨਿਕਲ ਗਿਆ, ਸਾਡੇ ਵਰਗੇ ਬਹੁਤ ਸਾਰੇ ਲੋਕ ਪ੍ਰਚਾਰ ਪ੍ਰਸਾਰ ਦੇ ਵਿੱਚ ਆ ਗਏ। ਪਹਿਲੀ ਗੱਲ 2022 ਨਿਕਲ ਗਿਆ, ਕਿਸਾਨੀ ਦੀ ਆਮਦਨੀ ਦੁੱਗਣੀ ਹੋਣ ਦੀ ਗੱਲ ਤੇ ਬੜੀ ਦੂਰ ਦੀ ਛੱਡ ਦਿਓ, ਲਾਗਤ ਜਿਹੜੀ ਹੈ ਉਹ ਡਬਲ ਤੋਂ ਉੱਪਰ ਚਲੇਗੀ। ਭਾਵੇਂ ਡੀਜ਼ਲ ਸੀ, ਯੂਰੀਆ ਖਾਦ ਸੀ, ਡਾਇਆ ਸੀ, ਬੀ ਸਨ, ਕੀੜੇ ਮਾਰ ਦਵਾਈਆਂ ਸੀ, ਉਸ ਤੋਂ ਇਲਾਵਾ ਉਹਦਾ ਮਿਆਰ ਡਿੱਗ ਗਿਆ। ਦੂਸਰੀ ਗੱਲ ਕੀ ਹੋਈ ਵੀ ਇਹ ਕਿਹਾ ਗਿਆ ਕਿ ਬਹੁਤ ਤਰ੍ਹਾਂ ਦੇ ਲੋਕ ਲੁਭਾਵਣ ਵਾਅਦੇ ਕੀਤੇ ਗਏ ਕਿ ਪਰ ਡ੍ਰੌਪ ਮੋਰ ਕ੍ਰੌਪ। ਮੈਂ ਉਹਨਾਂ ਚੀਜ਼ਾਂ 'ਚ ਇਸ ਲਈ ਨਹੀਂ ਜਾਣਾ ਚਾਹੁੰਦਾ ਕਿ ਲਿਮਿਟਡ ਟਾਈਮ ਦੇ ਵਿੱਚ ਜਿਹੜੀ ਸਹੀ ਗੱਲ ਪਹੁੰਚਣੀ ਚਾਹੀਦੀ ਸੀ ਕਿਸਾਨੀ ਤੱਕ, ਉਹ ਨਹੀਂ ਪਹੁੰਚੀ। ਹੁਣ ਅੱਜ ਹਾਲਾਤ ਚਲੋ ਮੈਂ ਪੋਲਿਟਿਕਸ ਤੋਂ ਉੱਪਰ ਉੱਠ ਕੇ ਮੈਂ ਗੱਲ ਕਰ ਲਵਾਂ। ਮੈਂ ਤੁਸੀਂ CSCP ਦਾ ਜ਼ਿਕਰ ਕਰਦੇ ਪਏ ਹੋ, ਡਾਕਟਰ ਸਰਦਾਰਾ ਸਿੰਘ ਜੌਹਲ ਵੀ ਅਕਸਰ ਟਿੱਪਣੀਆਂ ਕਰਦੇ ਰਹਿੰਦੇ ਨੇ, ਵਰਲਡ ਬੈਂਕ ਨਾਲ ਵੀ ਜੁੜੇ ਰਹੇ ਨੇ, ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਉਹ ਜਦੋਂ ਕਹਿੰਦੇ ਆ ਵੀ ਇਲੌਜੀਕਲ ਡਿਮਾਂਡ ਹੈ ਇਹ MSP ਦੇ ਕਾਨੂੰਨ ਵਾਲੀ, ਤੁਸੀਂ ਉਸ ਨੂੰ ਲੌਜੀਕਲ ਦੱਸ ਰਹੇ ਹੋ। ਤੁਸੀਂ ਉਸ ਚੀਜ਼ ਨੂੰ ਇੱਕ ਪਰਿਪੇਖ 'ਚ ਨਹੀਂ ਵੇਖ ਸਕਦੇ। ਹੁਣ ਜਿਸ ਤਰ੍ਹਾਂ ਸਵਾਮੀਨਾਥਨ, ਡਾਕਟਰ ਸਵਾਮੀਨਾਥਨ ਬੜੇ ਬਹੁਤ ਵਧੀਆ ਇਨਸਾਨ ਸਨ, ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਜਗ੍ਹਾ ਦੇਵੇ। ਬੀਤੇ ਸਮੇਂ 'ਚ ਉਹਨਾਂ ਦਾ ਦੇਹਾਂਤ ਹੋਇਆ, ਉਹਨਾਂ ਦੀ ਲੈਗੇਸੀ ਨੂੰ ਕੈਸ਼ ਹੋਇਆ, ਭਾਰਤ ਰਤਨ ਦਿੱਤਾ ਗਿਆ। ਹੁਣ ਇੱਕ ਗੱਲ ਚੱਲਦੀ ਹੈ ਕਿ UPA ਸਰਕਾਰ ਵੇਲੇ ਸਵਾਮੀਨਾਥਨ ਕਮਿਸ਼ਨ ਦੀ, ਸਭ ਤੋਂ ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਦਾ, ਉਹ ਚੇਅਰਪਰਸਨ ਸਨ ਜਾਂ ਚੇਅਰਮੈਨ ਸਨ ਫਾਰਮਰ ਕਮਿਸ਼ਨ ਦੇ। ਇਸੇ ਸਰਕਾਰ ਨੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਰਾਹ ਦੱਸੋ ਕਿ ਕਿਸਾਨੀ ਨੂੰ ਇਸ ਗੰਭੀਰ ਸੰਘਰਸ਼ 'ਚੋਂ ਬਾਹਰ ਕਿਸ ਤਰ੍ਹਾਂ ਕੱਢਣਾ। ਕਿੰਨੀਆਂ ਰਿਪੋਰਟਾਂ ਉਹਨਾਂ ਦੀਆਂ ਆਈਆਂ? 4 ਰਿਪੋਰਟਾਂ ਆਈਆਂ। 4 ਰਿਪੋਰਟਾਂ ਦੇ ਆਉਣ ਤੋਂ ਬਾਅਦ ਸਕਸੈਸਿਵਲੀ ਉਹਨਾਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਗਿਆ। ਜਿਹੜਾ MSP ਸੀ ਉਹਦਾ ਇੱਕ ਪਾਰਟ ਸੀ, MSP ਦੇ ਉੱਤੇ ਵੀ ਉਹਨਾਂ ਨੇ ਜੋ ਗੱਲਾਂ ਕਹੀਆਂ ਸੀ ਇਨ ਬਿਨ ਉਹ ਲਾਗੂ ਹੋਣੀਆਂ ਚਾਹੀਦੀਆਂ ਸਨ। ਉਸ ਟਾਈਮ ਦੇ ਵਿੱਚ ਉਹ ਜਿਹੜੀ ਲਾਸਟ ਰਿਪੋਰਟ ਸਬਮਿਟ ਹੋਈ, ਉਹਦੇ 'ਚ ਕਿਸਾਨੀ ਲਈ ਪਾਣੀ ਦਾ ਪ੍ਰਬੰਧਨ ਸੀ, ਉਹਦੇ ਲਈ ਇਹਦਾ ਵਿਆਜ ਦਾ ਸੀਗਾ, ਇਹਦੇ ਕੈਪੀਟਲ ਜਿਹੜੀ ਹੈ ਕਿਸਾਨੀ ਲਈ ਪੈਸਾ ਦੇਣ ਦੀ ਗੱਲ ਸੀਗੀ, ਉਹਦੇ ਵਿੱਚ ਪਰ ਏਕੜ ਦੇ ਵਿੱਚ ਪੈਦਾਵਾਰ ਵਧਾਉਣ ਦੀ ਗੱਲ ਹੋਈ। MSP ਇਸ ਲਈ ਦਿੱਤੀ ਵੀ ਜਿਹੜੇ ਬਾਕੀ ਇਲਾਕੇ ਨੇ ਉਹਨਾਂ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਮਿਲ ਰਿਹਾ, ਆਰਗੇਨਾਈਜ਼ਡ ਮੰਡੀ ਹੋਵੇ। 7 ਚੀਜ਼ਾਂ ਦੇ ਵਿੱਚੋਂ ਸਕਸੈਸਿਵਲੀ ਹੁਣ ਪਬਲਿਕ ਡੋਮੇਨ 'ਚ ਆ ਗਿਆ। ਜਿੰਨੀਆਂ ਰਿਕਮੈਂਡੇਸ਼ਨਾਂ ਸੀ ਆਲਮੋਸਟ 82% ਉਹਨਾਂ ਦੇ ਰਾਜ ਦੀਆਂ ਜਿਹੜੀਆਂ ਸੀ ਅਪਰੂਵ ਹੋ ਗਈਆਂ। ਹੁਣ ਪ੍ਰੋਬਲਮ ਇਹ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪ੍ਰਚਾਰ ਪ੍ਰਸਾਰ ਦਾ ਕਿਹਾ, ਹੁਣ ਇੱਕ ਲੱਗ ਗਏ ਧਈਆ ਕਰਕੇ ਕਿ ਇਹਨਾਂ ਨੂੰ ਨਿੰਦਣਾ। ਡਾਕਟਰ ਸਵਾਮੀਨਾਥਨ ਨੇ ਜੋ ਰਿਪੋਰਟ ਕਿਹਦੇ ਕਹਿਣ ਤੇ ਦਿੱਤੀ? ਇਸੇ ਸਰਕਾਰ ਨੇ ਬਣਾਈ ਸੀ ਨਾ, UPA ਨੇ। ਉਹਨਾਂ ਨੂੰ 3 ਸਾਲ ਉਹਨਾਂ ਨੇ ਕੰਮ ਕੀਤਾ ਉਹਦੇ ਤੇ, ਸਾਰੇ ਕੰਟਰੀ ਦੇ ਵਿੱਚ ਸਲਾਹ ਮਸ਼ਵਰਾ ਕੀਤਾ ਗਿਆ ਸਕਸੈਸਿਵਲੀ ਇਹਨਾਂ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ। ਹੁਣ ਮੁਸ਼ਕਲ ਤੁਹਾਨੂੰ ਮੈਂ ਦੱਸਣ ਲੱਗਾ, ਉਸ ਵੇਲੇ ਕੀ ਹੋਇਆ, ਉਹਦੇ 'ਚ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਇੱਕ ਆਈ ਕਿ ਕਿਸਾਨੀ ਨੂੰ ਮੁਸ਼ਕਲ ਹਾਲਾਤਾਂ ਦੇ ਵਿੱਚ ਜਿਹੜੇ ਸਟੈਂਡਰਡ ਰੈਗੂਲਰ ਬਜਟ ਦੇ ਵਿੱਚ ਪੈਸਾ ਨਹੀਂ ਦਿੱਤਾ ਜਾ ਸਕਦਾ, ਫਿਰ ਵੀ ਸਟੇਟ ਗਵਰਨਮੈਂਟ ਚਾਹੁੰਦੀ ਹੈ ਕਿ ਇਹਦੇ ਤੇ ਅਸੀਂ ਐਕਸਪੈਰੀਮੈਂਟ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਉਹਦੇ 'ਚ ਪੈਸਾ ਦਿੱਤਾ UPA ਸਰਕਾਰ 'ਚ। UPA ਚੇਅਰਪਰਸਨ ਸੀਗੇ ਸ਼੍ਰੀਮਤੀ ਸੋਨੀਆ ਗਾਂਧੀ। ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਇਹ ਜ਼ਰੂਰ ਹੋਣਾ ਚਾਹੀਦਾ। ਮੈਂ ਕਿਸੇ ਦੀ ਥੋੜ੍ਹਾ ਗੱਲ ਕਰ ਰਿਹਾ, ਮੈਂ ਆਪਣੀ ਗੱਲ ਕਰ ਰਿਹਾ, ਜੋ ਉਹਨਾਂ ਕੋਲ ਮੈਂ ਜਾ ਕੇ ਬੇਨਤੀ ਕੀਤੀ, ਪਹਿਲੀ ਗੱਲ ਉਹ ਮੰਨੀ ਗਈ। ਦੂਸਰੀ ਗੱਲ ਆ ਗਈ ਕਿ ਕਿਸਾਨ ਦੀ ਫਸਲ, ਜੇ ਪੰਜਾਬ ਦੀ ਗੱਲ ਆ ਕਿ ਸਾਡੀ ਬੇਮੌਸਮੀ ਵਰਖਾ ਹੋ ਗਈ, ਹੜ੍ਹ ਆ ਗਿਆ, ਇਹਦਾ ਕੀ ਇਲਾਜ ਹੈ ਜੀ ਸਾਡੇ ਕੋਲ? ਤੁਸੀਂ ਕਹਿੰਦੇ ਹੋ ਆਰਗੇਨਾਈਜ਼ਡ ਇੰਡਸਟਰੀ ਨੂੰ ਦੇਵਾਂਗੇ, ਫਾਰਮਿੰਗ ਨੂੰ ਕਿਉਂ ਨਹੀਂ ਦੇਣੀ? ਉਸ ਵੇਲੇ 3 ਤਰ੍ਹਾਂ ਦੀਆਂ ਸਕੀਮਾਂ ਚੱਲ ਕੇ ਆਈਆਂ। ਐਗਰੀਕਲਚਰ ਇੰਸ਼ੋਰੈਂਸ ਕਾਰਪੋਰੇਸ਼ਨ ਨਾਂ ਦੀ ਕੰਪਨੀ ਰਜਿਸਟਰ ਹੋਈ, ਸਾਰੇ ਕੰਟਰੀ 'ਚ ਉਹਨਾਂ ਨੇ ਬੀਮਾ ਕੀਤਾ ਕਿਸਾਨੀ ਦਾ। ਪੰਜਾਬ ਨੇ ਬੀਮਾ ਨਹੀਂ ਕੀਤਾ, ਇਹਦੇ ਬਹੁਤ ਸਾਰੇ ਰੀਜ਼ਨ ਨੇ। ਉਹਨਾਂ 'ਚੋਂ ਸਭ ਤੋਂ ਵੱਡਾ ਰੀਜ਼ਨ ਇਹ ਸੀ ਕਿ ਸਾਡੇ ਨੀਤੀ ਘਾੜਿਆਂ ਨੂੰ ਪਤਾ ਹੀ ਕੁਛ ਨਹੀਂ ਸੀ ਕਿ ਥੱਲੇ ਵਾਲੀ ਗੱਲ ਕੀ ਕੀਤੀ ਜਾ ਰਹੀ ਹੈ, ਕੀ ਮੁਸ਼ਕਲ ਹੈ। ਉਹਨਾਂ ਪੁੱਛਿਆ, ਕਹਿੰਦੇ ਜੀ ਸਾਡਾ ਤਾਂ ਬੰਪਰ ਕ੍ਰੌਪ ਹੋ ਰਹੀ ਹੈ, ਸਾਨੂੰ ਕਾਹਦੀ ਇੰਸ਼ੋਰੈਂਸ ਦੀ ਲੋੜ ਆ? ਉਹ ਮੈਂ ਕਿਹਾ ਬਈ ਬੇਨਤੀ ਇਹ ਆ, ਉਸ ਵੇਲੇ ਮੁੱਖ ਮੰਤਰੀ ਸਨ ਬਾਦਲ ਸਾਹਿਬ, ਮੈਂ ਆਪ ਰਿਕੁਐਸਟ ਕੀਤੀ, ਟਾਈਮ ਲੈ ਕੇ ਉਹਨਾਂ ਨੂੰ ਮਿਲਿਆ, ਮੈਂ ਕਿਹਾ ਜੀ ਅਸੀਂ ਫਸਲ ਦਾ ਇੱਕ ਵੱਡਿਓ ਨੁਕਸਾਨ ਹੋ ਗਿਆ, ਉਹ ਇੱਕ ਚੀਜ਼ ਹੈ, ਸਾਡਾ ਪ੍ਰੋਡਕਸ਼ਨ ਲਾਸ ਨਹੀਂ ਹੁੰਦਾ, ਸਾਡੀ ਪਈ ਫਸਲ ਖਰਾਬ ਨਹੀਂ ਹੁੰਦੀ, ਸਾਡਾ ਬੀ ਆਇਆ, ਬੀ ਉੱਗਿਆ ਨਾ, ਕ੍ਰੌਪ ਫੇਲੀਅਰ ਹੋ ਗਿਆ, ਉਹਦਾ ਕੋਈ ਲਾਸ ਨਹੀਂਗਾ। ਜਦੋਂ ਥੱਲੇ ਆਫਿਸਰ ਨੂੰ ਬੁਲਾਇਆ ਗਿਆ, ਉਹਨਾਂ ਨੇ ਬਣਾ ਕੇ ਰਿਪੋਰਟ, ਉਹ ਪਤਾ ਨਹੀਂ ਕਿਹੜੇ ਖਾਤੇ 'ਚ ਚਲੇ ਗਈ, ਕੁਝ ਨਹੀਂ ਬਣਿਆ।
ਉਸ ਤੋਂ ਬਾਅਦ ਹੁਣ ਪ੍ਰੈਜ਼ੈਂਟ ਰਜੀਮ ਦੇ ਵਿੱਚ ਬਹੁਤ ਜ਼ਿਆਦਾ ਦਮਗਜੇ ਮਾਰੇ ਜਾ ਰਹੇ ਨੇ। ਮੈਂ ਤਾਂ ਕਹਿੰਦਾ ਸਾਡੇ ਲੋਕ ਨੁਮਾਇੰਦੇ ਕਿਸੇ ਦਿਨ ਕੱਲਾ ਇੱਕ MP ਧਿਰ ਬਣ ਕੇ ਕਿਸਾਨੀ ਲਈ ਖਲੋ ਜਾਵੇ, ਵਾਰੇ ਨਿਆਰੇ ਹੋ ਜਾਣ ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਚੁੱਕਿਆ। ਜਿਹੜੇ ਲੋਕ ਨੁਮਾਇੰਦੇ ਤੁਸੀਂ ਜ਼ਿਕਰ ਕਰਦੇ ਹੋ 77 ਵਿੱਚ ਤਕਰੀਬਨ 50% MP ਇਹੋ ਜਿਹੇ ਜਿਹੜੇ ਇਹਨਾਂ ਨੇ ਕੀਤਾ ਆਪਦਾ ਖੇਤੀਬਾੜੀ ਲਿਖਾਇਆ ਹੋਇਆ ਉੱਥੇ। ਮੇਰਾ ਸਵਾਲ ਹੈ ਮਿਸਟਰ ਚੀਮਾ, ਤੁਸੀਂ ਕਹਿ ਰਹੇ 82% ਰਿਕਮੈਂਡੇਸ਼ਨ ਹੈ ਜਿਹੜੀਆਂ UPA ਨੇ ਲਾਗੂ ਕੀਤੀਆਂ, ਤੁਸੀਂ ਇਹੀ ਕਹਿ ਰਹੇ ਹੋ ਨਾ ਸਰ? ਬਹੁਤ ਹਾਂ, ਇਹਨਾਂ ਨੇ ਕਿੰਨੀਆਂ ਕੀਤੀਆਂ ਸਰ NDA? ਇਹਨਾਂ ਦੇ ਵਿੱਚੋਂ ਇੱਕ ਪਬਲਿਕ ਡੋਮੇਨ 'ਚ ਕਿ ਇੱਕ ਚੀਜ਼ ਨੂੰ ਕਿਸ ਪਾਸੇ ਨੂੰ ਗਿਣ ਰਹੇ ਨੇ, ਉਹ ਇੱਕ ਰਿਕਮੈਂਡੇਸ਼ਨ ਨੂੰ ਇੱਕ ਮੰਨ ਰਹੇ ਨੇ ਕਿ ਉਹਨੂੰ 3 ਮੰਨ ਰਹੇ ਨੇ। ਲਗਭਗ 2 ਜਾਂ 3 ਰਿਕਮੈਂਡੇਸ਼ਨਾਂ ਰਹਿ ਗਈਆਂ, ਉਹਦੇ 'ਚ ਲੀਗਲ ਗਾਰੰਟੀ ਵਾਲੀ ਰਹਿ ਗਈ ਹੈ। ਹੁਣ ਮੈਂ ਤੁਹਾਨੂੰ ਦੱਸਣ ਲੱਗਾ ਕਿ ਟਵਿਸਟ ਕਿਸ ਤਰ੍ਹਾਂ ਕੀਤਾ ਜਾਂਦਾ। ਉਹਦਾ ਸਹੀ ਮਾਇਨਾ ਇੱਕੋ ਚੀਜ਼ 'ਚ ਮੈਂ ਤੁਹਾਨੂੰ ਦੱਸ ਦਿੰਦਾ। ਦੇਸ਼ ਦੇ ਵਿੱਚ ਹਾਈਵੇ ਬਣ ਰਹੇ ਨੇ, ਹਾਈਵੇ ਬਣੇ ਗਏ ਪਿਛਲੇ ਰਜੀਮ 'ਚ 15 ਤੋਂ 16 ਕਿਲੋਮੀਟਰ ਪ੍ਰਤੀ ਦਿਨ ਬਣਿਆ। ਵਾਅਦਾ ਇਹ ਕਰ ਦਿੱਤਾ ਗਿਆ ਸਰਕਾਰ ਕੋਲੋਂ ਵੀ ਅਸੀਂ ਤਾਂ ਜੀ 25 ਕਿਲੋਮੀਟਰ ਬਣਾ ਦੇਵਾਂਗੇ। 4 ਸਾਲ ਸਰਕਾਰ ਦੇ ਨਿਕਲ ਗਏ ਮੌਜੂਦਾ NDA ਰਜੀਮ ਦੇ, ਤੇ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਕੀ ਬਣਿਆ। ਜੇ 4 ਲੇਨ ਦਾ ਕਿਲੋਮੀਟਰ ਬਣਦਾ ਸੀਗਾ ਤੇ ਇਹਨਾਂ ਨੇ ਉਹਨੂੰ 4 ਲੇਨਾਂ ਨੂੰ 4 ਕਿਲੋਮੀਟਰ ਮੰਨ ਲਿਆ। ਤੇ ਜੇ ਐਸਾ ਦੀ ਡਾਟਾ ਫਜਿੰਗ ਹੋ ਜਾਏਗੀ, ਅੰਕੜੇ ਤੋੜ ਮਰੋੜ ਕੇ ਪੇਸ਼ ਹੋ ਜਾਣਗੇ। ਰਿਸਪੌਂਸਿਬਿਲਟੀ ਨਾਲ ਗੱਲ ਕਹਿ ਰਹੇ ਹੋ? ਬਿਲਕੁਲ ਜ਼ਿੰਮੇਵਾਰੀਆਂ ਪਬਲਿਕ ਡੋਮੇਨ 'ਚ, ਮੈਨੂੰ ਕੀ ਕਹਿਣ ਦੀ ਲੋੜ ਹੈ, ਆਪ ਹੀ ਤੁਸੀਂ ਚੈੱਕ ਕਰ ਲਓ। ਮੈਂ ਤੇ ਜ਼ਿੰਮੇਵਾਰੀ ਨਾਲ ਹੀ ਕਹਾਂਗਾ, ਪਬਲਿਕ ਪਲੇਟਫਾਰਮ ਤੇ ਕਹਿ ਰਿਹਾ। ਦੂਸਰੀ ਗੱਲ ਆ ਜਾਵੋ, ਪਰਸੋਂ ਰੋਜ਼ ਤੋਂ ਮੈਂ ਦੇਖ ਰਿਹਾ ਕਿ ਕਿਸਾਨੀ ਲਈ ਬਹੁਤ ਕੁਝ ਕੀਤਾ ਗਿਆ ਇਸ 10 ਸਾਲ ਦੇ ਵਿੱਚ। ਮੈਨੂੰ ਬੜੀ ਹਾਸਾ, ਤੇ ਹੁਣ ਮੈਂ ਕੀ ਕਹਿ ਸਕਦਾ, ਤਰਾਸਦੀ ਹੈ ਕਿ ਸਾਡੇ ਇਹ ਡਿਸੀਜਨ ਮੇਕਰ ਨੇ ਔਰ ਇਹੋ ਜਿਹੀ ਗੱਲ ਕਰ ਰਹੇ ਨੇ। ਕੀ ਗੱਲ ਕਰ ਰਹੇ ਨੇ ਕਿ ਜੀ ਪਿਛਲੇ 10 ਸਾਲਾਂ 'ਚ ਕਿਸਾਨਾਂ ਨੂੰ 5 ਲੱਖ ਕਰੋੜ ਦੇ ਕੋਲ MSP ਦੀ ਪੇਮੈਂਟ ਕੀਤੀ ਗਈ, ਤੇ ਉਸ ਤੋਂ ਪਿਛਲੇ ਸਾਲਾਂ 'ਚ 2.5 ਲੱਖ ਕਰੋੜ ਦੀ ਅਸੀਂ ਡਬਲ ਕਰ ਦਿੱਤੀ। ਕਿਸੇ ਨੇ ਇਹ ਪੁੱਛਿਆ ਵੀ ਦੱਸੋ ਚੁੱਕੀ ਕਿੰਨੀ ਤੁਸੀਂ, ਕੁਇੰਟਲਾਂ 'ਚ ਤੇ ਟਨਾਂ 'ਚ ਕਿੰਨੀ ਚੁੱਕੀ? ਉਸ ਵੇਲੇ MSP ਕਿੰਨੀ ਸੀ ਤੇ ਹੁਣ MSP ਕਿੰਨੀ ਹੈ, ਉਹਦੇ ਤੇ ਨਹੀਂ ਬੋਲਣਾ। ਜੇ ਮਤਲਬ 1 ਲੱਖ ਟਨ ਉਦੋਂ ਚੁੱਕੀ ਤੇ 1 ਲੱਖ ਟਨ ਦਾ ਇੱਕ ਮਿਸਾਲ ਦੇ ਤੌਰ ਦੇ ਉੱਤੇ 2.5 ਲੱਖ ਕਰੋੜ ਗੱਲ ਬਣ ਗਈ। ਅੱਜ ਜੇ ਤੁਸੀਂ 90 ਲੱਖ ਟਨ ਚੁੱਕ ਰਹੇ ਹੋ ਤੇ ਉਹਦੇ ਉੱਤੇ ਜਦੋਂ MSP ਵੱਧ ਗਿਆ ਤੇ ਇਨਫੋਰਮੇਸ਼ਨ ਨਾਲ ਉਹ ਰੇਟ ਤੇ ਵਧਣਾ ਹੀ ਹੈ, ਉਹਦਾ ਗਿਣਤੀ ਤੇ ਵਧਣੀ ਹੈ। ਹੁਣ ਦੂਜੇ ਪਾਸੇ ਆ ਜਾਓ ਕਿ ਪਿਛਲੇ 10 ਸਾਲਾਂ ਦੇ ਵਿੱਚ 2016 'ਚ ਨਾ ਪ੍ਰਾਈਮ ਮਿਨਿਸਟਰ ਫਸਲ ਬੀਮਾ ਯੋਜਨਾ ਲਾਗੂ ਕਰ ਦਿੱਤੀ ਸਾਰੇ ਦੇਸ਼ ਦੇ ਵਿੱਚ। ਪਿਛਲੇ ਸਾਲ ਦਾ ਸਰਕਾਰੀ ਅੰਕੜਾ ਜਿਹੜਾ ਪੇਸ਼ ਕੀਤਾ ਗਿਆ ਲੋਕ ਸਭਾ ਦੇ ਵਿੱਚ, 1,59,000 ਕਰੋੜ ਦਾ ਪ੍ਰੀਮੀਅਮ ਇੰਸ਼ੋਰੈਂਸ ਕੰਪਨੀਆਂ ਨੇ ਲਿਆ। ਕਿਸਾਨਾਂ ਨੂੰ ਕਿੰਨਾ ਦਿੱਤਾ? ਹੈਰਾਨੀ ਹੈ, 1,19,000 ਕਰੋੜ। 40,000 ਕਰੋੜ ਦਾ ਪ੍ਰੋਫਿਟ ਬੀਮਾ ਕੰਪਨੀਆਂ ਕਮਾ ਗਈਆਂ ਕਿਸਾਨੀ ਦੇ ਉੱਤੇ, ਤੇ ਤੁਸੀਂ ਸਾਨੂੰ ਕਹੋਗੇ ਵੀ ਇਹ ਫਾਇਦਾ ਦਿੱਤਾ ਕਿਸਾਨੀ ਨੂੰ? ਚਲੋ ਮੈਂ ਹੋਰ ਛੋਟਾ ਬ੍ਰੇਕ ਲੈ ਲਵਾਂ ਚੀਮਾ ਸਾਹਿਬ। ਚੀਮਾ ਸਾਹਿਬ ਜਿਹੜੇ ਅੰਕੜੇ ਪੇਸ਼ ਕਰਦੇ ਪਏ ਆ, ਉਹਨਾਂ ਅੰਕੜੇ ਦੇ ਵਿਚਾਲੇ ਸਵਾਲ ਬਹੁਤ ਸਾਰੇ ਬਾਕੀ ਹੈ। ਜਿੰਨਾ ਵਕਤ ਸਾਡੇ ਕੋਲ ਹੈਗਾ ਉਸ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਲੈ ਸਕੀਏ। ਜਿਹੜੇ ਇਹਨਾਂ ਨੇ ਸੜਕਾਂ ਦੀ ਗੱਲ ਕੀਤੀ ਹੈ ਕਿ ਉਹ ਸੜਕ ਆ ਜਿਹੜੀ ਸਾਡੀ ਸਰਹੱਦ ਪਾਰ ਕਿਉਂ ਨਹੀਂ ਜਾ ਰਹੀ? ਸਵਾਲ ਬਹੁਤ ਸਾਰੇ ਆ। ਇਹਨਾਂ ਸਵਾਲਾਂ ਦੇ ਵਿਚਾਲੇ ਪੰਜਾਬ ਦੀ ਆਰਥਿਕਤਾ ਦਾ ਸਵਾਲ ਆ, ਬਹੁਤ ਵੱਡਾ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਅਮਰਿੰਦਰ ਸਿੰਘ ਚੀਮਾ ਸਾਡੇ ਨਾਲ ਨੇ। ਚੀਮਾ ਸਾਹਿਬ ਸਾਡੇ ਕੋਲੇ ਬਹੁਤ ਕੁਛ ਹੈ। ਤੁਸੀਂ ਫੂਡ ਪ੍ਰੋਸੈਸਿੰਗ ਦੀ ਗੱਲ ਕਰਦੇ ਹੋ, ਤੁਸੀਂ ਨੌਜਵਾਨੀ ਦੀ ਗੱਲ ਕਰਦੇ ਹੋ। ਜਦੋਂ ਅਸੀਂ ਤੁਹਾਡੇ ਏਰੀਆ ਦੇ ਵਿੱਚ ਬਾਸਮਤੀ ਦੀ ਬੜੀ ਚਰਚਾ ਹੁੰਦੀ ਹੈ, ਚੌਲਾਂ ਦੀ ਬੜੀ ਚਰਚਾ ਹੁੰਦੀ ਹੈ, ਇੰਪੋਰਟ ਐਕਸਪੋਰਟ, ਕਿਹੜੀ ਡਿਊਟੀ ਕਿੱਥੇ ਲੱਗਣੀ, ਬਹੁਤ ਸਾਰੇ ਸਵਾਲ ਸਾਡੇ ਅੱਗੇ ਪਏ ਆ। ਸਰ ਉਹਦੇ ਵਿੱਚ ਤਾਂ ਅਸੀਂ ਠੀਕ ਜਾ ਰਹੇ ਹਾਂ ਜਾਂ ਨਹੀਂ? ਸਭ ਤੋਂ ਵੱਡੀ ਗੱਲ ਹੈ ਜਿਹੜਾ ਨਰੇਟਿਵ ਜਨਰੇਟ ਕਰ ਦਿੱਤਾ ਤਾਂ ਜਾਂਦਾ ਕਿ ਸਾਡਾ ਚੰਦਰਾ ਗਵਾਂਢ ਆ ਤੇ ਬਾਰਡਰ ਦੇ ਉੱਤੇ ਕੁਝ ਨਹੀਂ ਲੱਗ ਸਕਦਾ। ਮੈਂ ਤੁਹਾਨੂੰ ਆਪਣੇ ਇਲਾਕੇ ਦੀ ਗੱਲ ਕਰਦਾ, ਗੁਰਦਾਸਪੁਰ ਦੀ। ਗੁਰਦਾਸਪੁਰ 'ਚ ਪਹਿਲਾਂ ਜ਼ਿਲ੍ਹਾ ਸੀ ਗੁਰਦਾਸਪੁਰ ਤੇ ਪਠਾਨਕੋਟ ਆ ਗਏ ਇਹਦੇ ਵਿੱਚ, ਜਿੱਥੇ ਕੰਡਿਆਲੀ ਤਾਰ ਲੱਗੀ ਹੈ, ਜਿੱਥੇ ਹੁਣ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੇ ਕੋਰੀਡੋਰ ਬਣਾਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਜਾਣ ਲਈ। ਇਹ ਮੈਂ ਤਾਂ ਨਾਂ ਲਿਆ ਕਿ ਉਹਦੇ ਵਿੱਚ ਹਰ ਫੈਸਿਲਿਟੀ ਚਾਹੀਦੀ ਹੈ ਜਿਹੜੀ ਉਹ ਮੌਜੂਦ ਹੈ। ਸਕੈਨਰ ਤੋਂ ਲੈ ਕੇ ਕਾਰਗੋ ਹੈਂਡਲਿੰਗ ਤੋਂ ਲੈ ਕੇ ਇਮੀਗ੍ਰੇਸ਼ਨ ਤੋਂ ਲੈ ਕੇ ਤੇ ਸਰਕਾਰ ਦੀ ਸੁਰੱਖਿਆ ਸਭ ਮੌਜੂਦ ਆ। ਬੀਤੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਕੀਤੀ, ਪ੍ਰਧਾਨ ਮੰਤਰੀ ਜੀ ਮੌਜੂਦਾ ਤੱਕ ਪਹੁੰਚਾਈ ਕਿ ਮੈਂ ਕੰਡਿਆਲੀ ਤਾਰ ਤੋਂ 15 ਫੁੱਟ ਤੇ ਖੜਾ, ਇੱਥੇ ਗੋਭੀ ਲੱਗੀ ਹੋਈ ਹੈ, 4 ਰੁਪਏ ਕਿਲੋ ਗੋਭੀ ਰੁਲ ਰਹੀ ਹੈ, ਵੇਚ ਨਹੀਂ ਰਹੀ, ਰੁਲ ਰਹੀ ਹੈ। ਬਾਰਡਰ ਦੇ ਪਾਰ ਆ ਕੇ ਮੈਂ ਲਾਹੌਰ ਸਟਾਕ ਐਕਸਚੇਂਜ ਤੇ ਲਾਹੌਰ ਬੁਲੀਅਨ ਐਕਸਚੇਂਜ 'ਚ ਜਾ ਕੇ ਉਹਦਾ ਚੈੱਕ ਕੀਤਾ। ਪਤਾ ਤੇ ਪਹਿਲਾਂ ਵੀ ਸੀ, ਬਟ ਮੈਂ ਕਿਹਾ ਅੱਜ ਦੀ ਗੱਲ ਕਰੀਏ। 80 ਰੁਪਏ, 120 ਰੁਪਏ। ਕੀ ਜਵਾਬ ਹੈ? ਦੁੱਧ 150 ਰੁਪਏ ਲੀਟਰ ਮਿਲ ਰਿਹਾ,
ਡਾਲਡਾ ਦਾ ਘਿਓ ਉੱਧਰ ਚੱਲਦਾ ਜਾਂ ਵਨਸਪਤੀ ਆਇਲ ਕਹਿ ਲਓ, 1600 ਰੁਪਏ ਦਾ 5 ਲੀਟਰ ਦੀ ਪੀਪੀ ਮਿਲ ਰਹੀ ਹੈ। ਕਿਉਂ ਨਹੀਂ ਐਕਸਪੋਰਟ ਖੁੱਲ੍ਹ ਸਕਦੀ ਇੱਥੋਂ ਦੂਸਰੇ ਪਾਸੇ? ਹੁਣ ਜਦੋਂ ਇਹ ਗੱਲ ਕਰਦੇ ਆ ਟਰੋਲਰ ਆਰਮੀ ਦੁਨੀਆ ਸਾਰੀ ਤੁਰ ਪਏਗੀ, ਉਹ ਇਹ ਗੱਲ ਨਹੀਂ ਦੱਸਣਗੇ ਕਿ ਪਿਛਲੇ 10 ਸਾਲ 'ਚ ਇੱਕ ਵੇਲੇ 21 ਲੱਖ ਨਗ ਵਾਹਗਾ ਬਾਰਡਰ ਰਾਹੀਂ ਗੁਆਂਢੀ ਮੁਲਕ ਨੂੰ ਗਿਆ। 57-5800 ਕਰੋੜ ਦੀ ਐਕਸਪੋਰਟ ਹੋਈ। ਹੁਣ ਕਿੱਥੇ ਆ ਗਈ ਘਟ ਕੇ? ਐਸੈਂਸ਼ੀਅਲ ਕਮੋਡਿਟੀਆਂ ਜਾ ਰਹੀਆਂ ਨੇ ਜਿਹੜੀਆਂ ਕੱਲੀਆਂ ਗਵਾਂਢ ਨਹੀਂ ਜਾ ਰਹੀਆਂ, ਅਫਗਾਨਿਸਤਾਨ ਜਾ ਰਹੀ ਹੈ, ਤਜਾਕਿਸਤਾਨ ਜਾ ਰਹੀ ਹੈ। ਹੋਰ ਦੱਸੋ, ਤੁਸੀਂ ਕਹਿ ਰਹੇ ਹੋ ਇਧਰੋਂ ਰੋਕਾਂ ਲੱਗੀਆਂ, ਉਧਰੋਂ ਕੋਈ ਰੋਕ ਨਹੀਂ ਲੱਗੀ ਸਰ? ਉਧਰ ਇਹ ਪਰਸੈਪਸ਼ਨ ਕ੍ਰੀਏਟ ਕੀਤਾ ਗਿਆ। ਬਿਲਕੁਲ ਠੀਕ ਆ, ਤੁਹਾਡੀ ਗੱਲ ਮੈਂ ਮੰਨ ਲੈਣਾ 1 ਮਿੰਟ ਲਈ। ਮੈਨੂੰ ਪਬਲਿਕ ਡੋਮੇਨ 'ਚ ਕੋਈ ਦੱਸਣ ਦਾ ਕਸ਼ਟ ਕਰੇਗਾ, ਕੋਈ ਨੀਤੀ ਘਾੜਾ, ਕੋਈ ਮੀਡੀਆ ਮੈਨ, ਕੋਈ ਸਰਕਾਰ ਦਾ ਨੁਮਾਇੰਦਾ, ਸਿਰਫ ਵਾਹਗਾ ਬਾਰਡਰ ਤੋਂ ਹੀ ਟ੍ਰੇਡ ਬੰਦ ਹੈ। ਕਾਂਡਲਾ ਪੋਰਟ ਤੋਂ ਇਹ ਇੰਸ਼ੋਰ ਕਰ ਦੇਣਗੇ ਉੱਥੋਂ ਨਹੀਂ ਟ੍ਰੇਡ ਹੋ ਰਿਹਾ, ਵਾਇਆ ਸਿੰਗਾਪੁਰ ਟ੍ਰੇਡ ਨਹੀਂ ਹੋ ਰਿਹਾ, ਵਾਇਆ UAE ਦੁਬਈ ਨਹੀਂ ਹੋ ਰਿਹਾ, ਵਾਇਆ ਕੈਲਕਟਾ ਪੋਰਟ ਪਾਕਿਸਤਾਨ ਨੂੰ ਪਿਆਜ਼ ਨਹੀਂ ਜਾ ਰਿਹਾ, ਆਲੂ ਨਹੀਂ ਜਾ ਰਿਹਾ। ਇਹਦੇ ਤੇ ਖਲੋਣਗੇ ਇਸ ਗੱਲ ਤੇ? ਸਿਰਫ ਪੰਜਾਬ ਵਾਰੀ ਇਹ ਸਰਹੱਦ ਨੂੰ ਕੰਡਿਆਲੀ ਤਾਰ ਕਿਉਂ ਬਣਾ ਦਿੱਤਾ ਜਾਂਦਾ? ਸਰ ਚੀਮਾ ਸਾਹਿਬ ਤੁਹਾਨੂੰ ਇਹ ਸਵਾਲ ਤੰਗ ਕਰੂਗਾ ਹੁਣ। ਇਹ ਤੁਹਾਡੇ ਸਭ ਤੋਂ ਜ਼ਿਆਦਾ MP ਇੱਥੇ ਪੰਜਾਬ ਚੋਂ 8 MP 7 MP ਹੁਣ 8, ਹਾਂਜੀ ਹਾਂ ਠੀਕ ਹੈ। ਉਹਨਾਂ ਨੇ ਕਦੇ ਮੁੱਦਾ ਚੁੱਕਿਆ ਸਰ ਇਕੱਠੇ ਹੋ ਕੇ ਉੱਥੇ ਸਵਾਲ ਕਿਉਂ ਨਹੀਂ ਚੁੱਕਦੇ ਪਾਰਲੀਮੈਂਟ ਵਿੱਚ? ਬਿਲਕੁਲ ਚੁੱਕਿਆ, ਮੇਰੀ ਨਿੱਜੀ ਵੀ ਗੱਲ ਹੋਈ ਹੈ, ਬਹੁਤ ਦੂਰ ਤੱਕ ਗੱਲ ਗਈ ਹੈ। ਜਿਸ ਦਿਨ ਹੁਣ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਇੱਕ ਹਊਆ ਕ੍ਰੀਏਟ ਕਰ ਦਿੱਤਾ ਗਿਆ, ਬੜਾ ਸੁਰੱਖਿਆ ਦਾ ਖਤਰਾ ਹੋ ਜਾਏਗਾ। ਜਿਹੜਾ ਵਾਇਆ ਰੂਟ ਉਧਰੋਂ ਜਾ ਰਿਹਾ, ਅਸੀਂ ਕਹਿੰਦੇ ਚਲੋ ਪੰਜਾਬ ਨੂੰ ਟ੍ਰੇਡ ਕਰਨਾ, ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਭਾਰਤ ਸਰਕਾਰ ਦੀ ਕਾਰਪੋਰੇਸ਼ਨ ਆ, ਲੈਟ them ਟ੍ਰੇਡ। ਉਹ ਟ੍ਰੇਡ ਕਰ ਲੈਣ ਪਾਕਿਸਤਾਨ ਨਾਲ, ਟਰੱਕ ਜਾਣਾ ਉੱਥੇ ਤੱਕ, ਵਿਹਲੇ ਕੁੱਲੀ ਫਿਰਨ ਦੇ ਨੇ। 5000 ਤੋਂ ਵੱਧ ਫੈਮਿਲੀ ਖਰਾਬ ਹੋਣ ਹੀ ਹੈ ਵਾਘੇ ਬਾਰਡਰ ਦੇ ਉੱਤੇ, ਉਹਦੇ ਤੇ ਕਿਸੇ ਦਾ ਕੋਈ ਵਿਚਾਰ ਨਹੀਂ ਹੈਗਾ। ਦੂਸਰੇ ਪਾਸੇ ਇੱਧਰ ਆਓ, ਤੁਸੀਂ ਇੰਪੋਰਟ ਕਰ ਰਹੇ ਹੋ ਤੁਸੀਂ ਇਸ ਕੰਟਰੀ ਦੇ ਵਿੱਚ ਫੂਡ ਗ੍ਰੇਨ, ਮੰਨੇਗਾ ਕੋਈ? ਜੋ ਡਾਂਗ ਸੋਟਾ ਕਿਸਾਨਾਂ ਨੂੰ ਬੀਤੇ ਸਮੇਂ ਦੇ ਵਿੱਚ ਆ ਪਿਛਲੇ ਮਹੀਨਿਆਂ 'ਚ ਹਰਿਆਣੇ 'ਚ ਅੰਬਾਲੇ, ਕਰਨਾਲ, ਪਾਣੀਪਤ ਸੂਰਜਮੁਖੀ ਵੇਚਣ ਲੱਗਿਆ ਪਿਆ, ਸਰੋਂ ਵੇਲੇ ਪਿਆ, ਕਿੰਨਾ ਸੀ? MSP ਮੰਗ ਰਹੇ ਸੀ ਨਾ, ਹੋਰ ਤੇ ਕੁਝ ਨਹੀਂ ਸੀ ਮੰਗ ਰਹੇ। MSP ਨਹੀਂ ਮਿਲੇਗਾ ਜੀ, 5200 ਰੁਪਇਆ 5300 ਰੁਪਇਆ ਮਿਲੇਗਾ। ਜਿੰਨਾ ਡਿਕਲੇਅਰ ਕੀਤਾ ਗਿਆ ਵੀ ਉਨਾ ਨਹੀਂ ਮਿਲੇਗਾ। ਕਿਉਂ ਨਹੀਂ ਮਿਲੇਗਾ? ਜਾਮ ਰਿਹਾ, ਲੋਕਾਂ ਨੂੰ ਪਰੇਸ਼ਾਨੀ ਹੋਈ। ਹੁਣ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ, 30 ਮਾਰਚ ਨੂੰ ਸੀਜ਼ਨ ਆਫ ਹੁੰਦਾ ਵੀ ਪ੍ਰੋਕਿਉਰਮੈਂਟ ਬੰਦ ਕਰ ਦਿਓ। ਜਿਸ ਤਰ੍ਹਾਂ ਪੰਜਾਬ ਦੇ ਵਿੱਚ 30 ਅਕਤੂਬਰ ਨੂੰ ਤੁਸੀਂ ਕਹਿੰਦੇ ਹੋ ਵੀ ਬੰਦ ਕਰ ਦਿਓ ਪੈਡੀ ਦੀ ਪਰਚੇਜ਼, ਕੁਝ ਦਿਨ ਹੋਰ ਚੱਲਣ ਦਿਓ, ਜੇ ਨੀਡ ਬੇਸਡ ਹੈ ਮੰਡੀਆਂ ਘੱਟ ਕਰ ਲਓ। ਕੀ ਲੋੜ ਪੈ ਗਈ ਕਿ ਤੁਸੀਂ 32% ਤੋਂ ਘਟਾ ਕੇ ਇਸ ਤੇ 27% ਇੰਪੋਰਟ ਡਿਊਟੀ ਕਰਤੀ, ਸੈਸ ਤੁਸੀਂ 22% ਤੋਂ ਘਟਾ ਕੇ 5% ਕਰਤਾ ਕਿ ਇੰਡੀਆ ਦੇ ਵਿੱਚ ਇੰਪੋਰਟ ਕਰ ਲਵੋ, ਤੁਸੀਂ ਸੂਰਜਮੁਖੀ ਕਰ ਲਵੋ, ਮੂੰਗੀ ਕਰ ਲਓ, ਸਰੋਂ ਕਰ ਲਓ। ਕਿਉਂ? ਪੰਜਾਬ ਦੇ, ਹਰਿਆਣੇ ਦੇ, ਨਾਰਦਰਨ ਇੰਡੀਆ ਦੇ ਕਿਸਾਨ ਨੂੰ ਤੁਸੀਂ ਮੌਕੇ ਵੇਲੇ ਨਹੀਂ ਦੇਣਾ, ਤੇ ਸਿਰਫ 3 ਦਿਨ ਬਾਅਦ ਤੁਸੀਂ ਕਿਸ ਤਰ੍ਹਾਂ ਦੇ ਸਕਦੇ ਹੋ ਕਿ ਇੰਪੋਰਟ ਡਿਊਟੀਆਂ ਹਟਾ ਦਿਓ? ਥੋੜਾ ਉਹ ਦੂਸਰੇ ਪਾਸੇ ਮੈਂ ਆਪਣੀ ਗੱਲ ਦੱਸਦਾ, ਜਿਹੜਾ ਮੇਰੇ ਕੋਲ ਡਾਕੂਮੈਂਟਡ ਪ੍ਰੂਫ ਹੈ। 1 ਅਕਤੂਬਰ ਤੋਂ ਸਾਡੀ ਪੈਡੀ ਦੀ ਪਰਚੇਜ਼ ਸ਼ੁਰੂ ਹੁੰਦੀ ਹੈ। ਅਗਸਤ ਦੇ ਮਹੀਨੇ 'ਚ ਭਾਰਤ ਸਰਕਾਰ ਬੈਨ ਲਾ ਦਿੰਦੀ ਹੈ ਕਿ ਪੰਜਾਬ ਦਾ ਛੱਡੋ, ਕੰਟਰੀ 'ਚੋਂ ਚੌਲ ਐਕਸਪੋਰਟ ਨਹੀਂ ਹੋਏਗਾ ਬਾਹਰ। ਮਿਨੀਮਮ ਐਕਸਪੋਰਟ ਪ੍ਰਾਈਸ ਫਿਕਸ ਕਰ ਦਿੱਤੀ ਹੈ ਡਾਲਰਾਂ 'ਚ, $1200 ਹੋ ਗਈ। ਇਹਦਾ ਮਤਲਬ ਕਿ ਪੰਜਾਬ ਦਾ ਬਾਸਮਤੀ, ਟੌਪ ਕਲਾਸ ਦੀ ਬਾਸਮਤੀ ਸਾਡੇ ਮਾਝੇ ਦੇ ਵਿੱਚ ਹੁੰਦੀ ਹੈ ਜਾਂ ਦੇਹਰਾਦੂਨ ਹੁੰਦੀ ਹੈ, ਇਹਦਾ ਮਤਲਬ ਉਹ ਨਹੀਂ ਜਾਏਗੀ ਬਾਹਰ। ਮਾਰਕੀਟ ਨੂੰ ਇੱਕ ਸਿਰਫ ਅਫਵਾਹ ਚਾਹੀਦੀ ਸੀ, ਇਹ ਤਾਂ ਫੈਕਚੁਅਲ ਡਾਟਾ ਆ ਗਿਆ ਕਿ ਸਰਕਾਰ ਨਹੀਂ ਖਰੀਦੇਗੀ। ਪਿਛਲੇ ਸਾਲ 'ਚ 65,000 ਕਰੋੜ ਦੀ ਬਾਸਮਤੀ ਕੱਲੀ ਐਕਸਪੋਰਟ ਹੋਈ ਹੈ। ਸਰਕਾਰ ਦਾ ਡਾਟਾ ਵੇਖੋ, ਮੈਨੂੰ ਕਿਉਂ ਟਰਸਟ ਕਰਨਾ ਤੁਸੀਂ? ਰੁਕ ਗਿਆ ਕੰਮ। ਮੇਰੇ ਵਰਗੇ ਬੰਦੇ ਚਲੋ ਸੋਚਦੇ ਨੇ ਜੀ ਇਹਨਾਂ ਦੀ ਬੜੀ ਚੱਲਦੀ ਹੈ, ਉਹਨੇ ਆਪਣੀ ਟੌਪ ਕਲਾਸ ਬਾਸਮਤੀ ਜਿਹਨੂੰ ਡਿਵਰਸੀਫਾਈ ਕਰਨਾ ਕਹਿੰਦੇ ਹੋ ਕਰ ਲਵੋ। 17-18 ਵੈਰਾਈਟੀ ਸੀ, ਪੰਜਾਬ 7 ਵੈਰਾਈਟੀ ਸੀ, ਮੇਰੀ ਵਿਕੀ 2700 ਤੋਂ ਲੈ ਕੇ 3100 ਰੁਪਏ ਦੀ। 8 ਨਵੰਬਰ ਨੂੰ ਮੈਂ ਪੈਸੇ ਮੰਗ ਰਿਹਾ, ਕਹਿੰਦੇ ਜੀ ਹਲੇ ਪੇਮੈਂਟ ਨਹੀਂ ਹੋਈ। ਕਿਉਂ? ਪ੍ਰਾਈਵੇਟ ਟਰੇਡਰਾਂ ਨੇ ਖਰੀਦੀ ਹੈ। ਮੈਨੂੰ ਜਾ ਕੇ 21, 22, 23 ਦਸੰਬਰ ਦੇ ਕੋਲ ਜਾ ਕੇ ਮੈਨੂੰ ਪੇਮੈਂਟ ਹੁੰਦੀ 3 ਲੋਟ ਦੇ ਵਿੱਚ। ਉਸ ਵੇਲੇ ਉਸ ਬਾਸਮਤੀ ਦਾ ਰੇਟ ਕੀ ਹੈ ਜੀ? 5200 ਰੁਪਏ ਪ੍ਰਤੀ ਕੁਇੰਟਲ ਲੈ ਕੇ ਤੇ 4900 ਰੁਪਏ ਤੱਕ। ਉਹਦੇ 'ਚ ਕੀ ਵੈਲਿਊ ਐਡੀਸ਼ਨ ਹੋ ਗਈ ਹੈ? ਉਸੇ ਯਾਰਡ 'ਚ ਪਈ ਹੈ, ਕਵਰਡ ਉਹਨਾਂ ਨੇ ਰੱਖੀ ਹੈ, ਆੜਤੀਆਂ ਨੇ ਤੇ ਧੰਨਾ ਸੇਠਾਂ ਨੇ। ਕੀ ਹੋ ਗਿਆ ਕਿ ਇਹਦੇ ਵਿੱਚ ਕੀ ਵੈਲਿਊ ਐਡੀਸ਼ਨ ਹੋ ਗਈ? ਕੁਝ ਬਣਾਇਆ ਉਹ ਤੇ ਪਈ ਉਹਨਾਂ ਬੋਰੀਆਂ 'ਚ। ਇਹਦਾ ਮਤਲਬ ਧੰਨਾ ਸੇਠ ਡਰਾਈਵ ਕਰਦੇ ਨੇ ਨਾ। ਦੂਸਰੇ ਪਾਸੇ $1200 ਮਿਨੀਮਮ ਐਕਸਪੋਰਟ ਪ੍ਰਾਈਸ ਤੁਸੀਂ ਕੱਢ ਦਿੱਤਾ।
ਕਿਸ ਨੀਤੀ ਘਾੜੇ ਨੇ, ਕਿਸ ਅਫਸਰ ਨੇ ਇਹ ਰੇਟ ਕੱਢਿਆ ਕਿ ਜਿਹੜਾ ਪਿਛਲੇ 10 ਸਾਲਾਂ 'ਚ ਕਦੇ ਨਹੀਂ ਇਹ ਪਹੁੰਚਿਆ? ਇਹਦਾ ਮਤਲਬ ਜੇ ਮੈਕਸਿਮਮ ਸੀ $1030, ਇਹਦਾ ਮਤਲਬ ਤੁਸੀਂ 100% ਬੈਨ ਬੰਦ ਕਰ ਦਿੱਤਾ ਨਾ, ਵੀ ਤੁਸੀਂ ਕੋਈ ਐਕਸਪੋਰਟ ਨਹੀਂ ਕਰਨ ਦੇਣੀ, ਤਾਂ ਕਿਸਾਨ ਸੜਕਾਂ ਤੇ ਆਉਂਦਾ। ਮੈਨੂੰ ਇੱਕ ਦੋ ਸਵਾਲਾਂ ਦਾ ਜਵਾਬ ਦੇ ਦਿਓ, ਫਿਰ ਆਪਾਂ ਇੰਟਰਵਿਊ ਸਮਾਪਤ ਕਰਨੀ ਹੈ। ਜਿਹੜਾ ਸਾਡਾ ਅਰਥਚਾਰਾ ਦੇਸ਼ ਦਾ, ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦੇ ਅਸੀਂ 5ਵੀਂ ਵੱਡੀ ਆਰਥਿਕ ਸ਼ਕਤੀ ਬਣ ਗਏ, ਉਹਦੇ 'ਚ ਖੇਤੀਬਾੜੀ ਦਾ ਕਿੰਨਾ ਯੋਗਦਾਨ ਹੈ? ਦੇਖੋ ਜੀ, ਗੱਲਾਂ ਬਾਤਾਂ ਕਰਨ ਨੂੰ ਜਿੰਨੀਆਂ ਮਰਜ਼ੀ ਕਰਦੇ ਹੋ, ਅਸੀਂ 5ਵੀਂ ਆਰਥਿਕ ਸ਼ਕਤੀ ਬਣ ਗਏ, $1 ਟ੍ਰਿਲੀਅਨ ਇਕਨੋਮੀ ਆ। ਮੈਂ ਤੇ ਕਈ ਵਾਰ ਹੈਰਾਨ ਹੁੰਦਾ, ਜਿਹੜੇ ਬੰਦੇ ਬਿਆਨ ਦੇ ਰਹੇ ਹੁੰਦੇ ਉਹਨੂੰ $1 ਟ੍ਰਿਲੀਅਨ 'ਚ ਪੁੱਛ ਤੇ ਲਓ ਜ਼ੀਰੋ ਕਿੰਨੀਆਂ ਲੱਗੀਆਂ ਹੋਈਆਂ ਨੇ। ਸਾਡੀ ਆਬਾਦੀ 140 ਕਰੋੜ, ਜੇ ਸਾਡੀ ਐਵਰੇਜ $250, ਜਿਹੜੀ $2,500 ਨਿਕਲ ਕੇ ਆ ਰਹੀ ਹੈ ਪਰ ਕੈਪੀਟਾ, ਜਿਹੜੀ ਟੋਟਲ 12,000 ਦੇ ਕੋਲ ਗੱਲਬਾਤ ਹੋ ਰਹੀ ਹੈ, ਤੇ ਉਹ ਗਿਣਤੀ ਨਾਲ ਮਲਟੀਪਲਾਈ ਕਰ ਦਿਓ ਤੇ ਆਪੇ ਤੁਸੀਂ ਵੱਧ ਗਏ। ਗਰੀਬੀ 'ਚ ਅਸੀਂ ਕਿੰਨੇ ਨੰਬਰ ਤੇ ਆ? ਭੁੱਖਮਰੀ 'ਚ ਅਸੀਂ ਕਿੰਨੇ 107ਵੇਂ ਨੰਬਰ ਤੇ ਆ ਗਏ ਅਸੀਂ। 122 ਕੰਟਰੀਆਂ ਦਾ ਸਰਵੇ ਹੋ ਰਿਹਾ ਹੰਗਰ ਇੰਡੈਕਸ ਦੇ ਵਿੱਚ, ਤੁਸੀਂ ਵਿਸ਼ਵ ਗੁਰੂ ਬਣ ਕੇ ਦਮਗਜੇ ਵਜਾਈ ਜਾ ਰਹੇ ਹੋ, ਉਹਦਾ ਕੀ ਫਾਇਦਾ ਹੈਗਾ? ਦੂਸਰੇ ਪਾਸੇ ਪੰਜਾਬ ਦੇ ਵਿੱਚ ਖੇਤੀਬਾੜੀ ਦਾ, ਮੈਂ ਪੰਜਾਬ ਦੀ ਗੱਲ ਕਰਦਾ, 29% ਸਟੇਟ ਦੀ GDP 'ਚ ਕਿਸਾਨੀ ਦਾ ਹਿੱਸਾ ਹੈ। ਦੂਜੇ ਪਾਸੇ 67,000 ਕਰੋੜ ਸਾਡਾ ਨੌਜਵਾਨ ਪੈਸੇ ਲੈ ਕੇ ਬਾਹਰ ਚਲੇ ਗਿਆ ਐਡਮਿਸ਼ਨ ਲੈਣ ਲਈ, ਕਿਸੇ ਵੀ ਰੂਟ ਰਾਹੀਂ ਚਲਾ ਗਿਆ। 67,000 ਕਰੋੜ ਇਹ ਪਬਲਿਕ ਡੋਮੇਨ 'ਚ ਹੈਗਾ। ਸਾਡਾ ਆਪਣਾ ਬਜਟ 1,95,000 ਕਰੋੜ ਦਾ ਬਜਟ ਪਿਛਲਾ ਜਿਹੜਾ ਪੇਸ਼ ਹੋਇਆ, ਉਹਦੇ 'ਚੋਂ 50-52 ਕਰੋੜ ਜਿਹੜਾ ਹੈ ਪੇ ਪੈਨਸ਼ਨ ਦਾ ਚਲੇ ਗਿਆ। 40,000 ਕਰੋੜ ਸਾਡਾ ਚਲੇ ਗਿਆ ਪੁਰਾਣੇ ਕਰਜ਼ੇ ਦੇਣ, ਲੈਣ ਦੇਣ ਤੇ ਸ਼ਾਰਟ ਟਰਮ ਗੇਨ ਦੇ ਵਿੱਚ। ਸਾਡੀ ਇਕਨੋਮੀ 'ਚ ਬਚਿਆ ਕੀ? ਇਸ ਲਈ ਮੈਂ ਕਹਿ ਰਿਹਾ ਕਿ ਹੁਣ ਪੰਜਾਬ ਦਾ ਨੌਜਵਾਨ ਆ, ਜਦੋਂ ਅਸੀਂ 65,000 ਕਰੋੜ ਦੀ ਬਾਸਮਤੀ ਐਕਸਪੋਰਟ ਕਰਦੇ ਹਾਂ, ਇੰਨਾ ਸਾਡਾ 185 ਲੱਖ ਟਨ ਅਸੀਂ ਕਣਕ ਪੈਦਾਵਾਰ ਕਰ ਲਈ 2 ਸਾਲ ਪਹਿਲਾਂ ਦਾ ਜੋ ਰਿਕਾਰਡ ਦਾ ਡਾਟਾ, ਇਸ ਸਾਲ ਹਲੇ ਕੰਪਾਈਲ ਹੋ ਗਿਆ 155 ਤੋਂ 160 ਲੱਖ ਟਨ ਦੇ ਕੋਲ ਆ ਰਿਹਾ ਹੈਗਾ। ਸਭ ਤੋਂ ਜ਼ਿਆਦਾ 1200 ਮਿਲੀਲੀਟਰ ਪ੍ਰਤੀ ਦਿਨ ਸਾਡੀ ਦੁੱਧ ਦੀ ਪੈਦਾਵਾਰ ਹੋ ਗਈ ਹੈ, ਤੇ ਬਿਸਕੁਟ ਕਿੱਥੋਂ ਬਣ ਕੇ ਆ ਰਹੇ ਨੇ? ਇੱਕ ਆਖਰੀ ਸਵਾਲ ਕਰ ਰਿਹਾ ਮੈਂ। ਇਸ ਸਵਾਲ ਦਾ ਜਵਾਬ ਮੈਨੂੰ ਜੇ ਤੁਸੀਂ ਹਾਂ ਨਾ 'ਚ ਦੇ ਦੋਗੇ ਤਾਂ ਮੈਨੂੰ ਜ਼ਿਆਦਾ ਵਧੀਆ ਲੱਗੂਗਾ। ਖੇਤੀਬਾੜੀ ਨੀਤੀ ਘਾੜੇ ਨੇ ਡੋਬੀ ਹੈ, ਸਾਡੇ ਲੋਕ ਨੁਮਾਇੰਦਿਆਂ ਨੇ ਡੋਬੀ ਹੈ, ਸਾਡੇ ਕਿਸਾਨ ਮਜ਼ਦੂਰ ਭਰਾਵਾਂ ਭੈਣਾਂ ਨੇ ਡੋਬੀ ਹੈ, ਜਾਂ ਵਰਲਡ ਬੈਂਕ ਦੀਆਂ ਪਾਲਿਸੀਜ਼ ਹੈ, WTO ਦੀਆਂ ਪਾਲਿਸੀਜ਼ ਹੈ, ਉਹਦੇ ਕਰਕੇ ਖੇਤੀ ਡੋਬੀ ਗਈ ਹੈ? ਸਾਰੇ ਦਾ ਇੱਕੋ ਹੀ ਚੀਜ਼ ਦਾ ਮੈਂ ਜਵਾਬ ਦਿੰਦਾ, ਨੀਤੀ ਘਾੜੇ ਦੇ ਬਣਾਈ ਪਾਲਿਸੀ ਤੇ ਡੁੱਬਣ ਵੱਲ ਤੁਰ ਪਈ। ਲੋਕ ਨੁਮਾਇੰਦਿਆਂ ਨੇ ਰੋਕਿਆ ਨਹੀਂ, ਕਿਸਾਨ ਮਜ਼ਦੂਰ ਡੁੱਬ ਗਿਆ, ਵਰਲਡ ਬੈਂਕ ਦਾ ਹਊਆ ਬਣਾ ਦਿੱਤਾ। ਆਹ ਇਹ ਗੱਲ, ਤੇ ਇਹਦੇ ਵਿੱਚ ਸਮਾਪਤੀ। ਚਲੋ, ਬਹੁਤ ਧੰਨਵਾਦ ਅਮਰਜੀਤ ਸਿੰਘ ਚੀਮਾ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਇਹ ਸਨ ਅਮਰਜੀਤ ਸਿੰਘ ਚੀਮਾ, ਜਿਨ੍ਹਾਂ ਨੇ ਖੇਤੀ ਦੇ ਬਾਰੇ ਗੱਲ ਕੀਤੀ ਹੈ। ਮੈਂ ਸੰਕਟ ਬਾਰੇ ਨਹੀਂ ਪੁੱਛਿਆ ਸੀਗਾ, ਪਰ ਉਹਨਾਂ ਨੇ ਦੱਸਿਆ ਸੰਕਟ ਹੈਗਾ। ਉਸ ਸੰਕਟ ਦੀ ਵਜ੍ਹਾ ਕੀ ਹੈ, ਤੁਸੀਂ ਇਹਨਾਂ ਦੇ ਜਵਾਬ ਸੁਣ ਲਏ ਹੈ। ਪਰ ਸਵਾਲ ਬਹੁਤ ਸਾਰੇ ਹੈ, ਜਿਹੜੀ ਸਾਡੀ ਸਿਆਸਤ ਹੈ, ਜਿਹੜਾ ਸਾਡਾ ਸਿਸਟਮ ਹੈ, ਉਹ ਕਿਸ ਤਰੀਕੇ ਨਾਲ ਤੁਹਾਡੇ ਅੱਗੇ ਚੀਜ਼ਾਂ ਪੇਸ਼ ਕਰਦਾ ਹੈ, ਤੇ ਉਸ ਪੇਸ਼ਕਾਰੀ ਦੇ ਵਿਚਾਲੇ ਖੇਤੀ ਦੀ ਜ਼ਮੀਨ ਹੈ ਕੀ ਹੈ, ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ 'ਚ ਬੈਠੇ ਸੀਗੇ। ਬਹੁਤ ਧੰਨਵਾਦ।